दास पद बंद रामदास अर्जुन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। कहाँ बुद्ध प्रभ तुच्छ हमारी वर्ण सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। दोहरा आयो सहत परिवार के मनी सिंह बुद्धमान। 17 सै 9 20 में चेत मास पछान। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸੋਧਾ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦੀ ਕਥਾ ਵਿਚਾਰ ਇਤਿਹਾਸ ਦੀਆਂ ਵਿਚਾਰਾਂ ਅਤੇ ਪਰਮ ਸਨਮਾਨਯੋਗ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਉਹਨਾਂ ਦੀ ਰਸਨਾ ਤੋਂ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਿਆ ਹੈ। ਸੋ ਜੋ ਲੜੀਵਾਰ ਕਥਾ ਸ਼ੁਰੂ ਹੋਈ ਸੀ ਕੱਲ੍ਹ ਰੋਜ਼ ਤੋਂ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਿਮਿਤ ਕਵੀ ਸੇਵਾ ਸਿੰਘ ਜੀ ਨੇ ਗ੍ਰੰਥ ਲਿਖਿਆ ਹੈ ਸ਼ਹੀਦ ਵਿਲਾਸ ਭਾਈ ਮਨੀ ਸਿੰਘ। ਭਾਈ ਮਨੀ ਸਿੰਘ ਸ਼ਹੀਦ ਦਾ ਜੀਵਨ ਇਤਿਹਾਸ ਉਹਨਾਂ ਦੀ ਹਿਸਟਰੀ ਨੂੰ ਕਲਮਬੰਦ ਕੀਤਾ ਹੈ। ਬੜੀ ਸੁੰਦਰ ਕਾਵਿ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਹੁਤ ਵਿਸ਼ੇਸ਼ ਮਹਾਨ ਗ੍ਰੰਥ 18ਵੀਂ ਸਦੀ 'ਚ ਲਿਖੇ ਗਏ ਨੇ। ਭਾਵੇਂ ਉਹਨਾਂ ਗ੍ਰੰਥਾਂ ਬਾਰੇ ਅੱਜ ਦੀ ਸੰਗਤ ਨੂੰ ਬਹੁਤਾ ਪਤਾ ਨਹੀਂ ਅਤੇ ਨਵੇਂ ਰਾਈਟਰਾਂ ਦੀਆਂ ਨਵੀਆਂ ਕਿਤਾਬਾਂ ਪੜ੍ਹ ਕੇ ਕਈ ਤਰ੍ਹਾਂ ਦੇ ਭੰਬਲ ਭੂਸੇ ਵੀ ਪੈ ਰਹੇ ਨੇ ਸਾਡੇ ਵਿੱਚ। ਪੁਰਾਤਨ ਇਤਿਹਾਸ ਨੂੰ ਆਪਣੇ ਖਜ਼ਾਨੇ ਨੂੰ ਅਸੀਂ ਲੱਭਦੇ ਨਹੀਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਬਹੁਤ ਵੱਡਾ ਹੈ। ਸਾਨੂੰ ਇਸ ਖਜ਼ਾਨੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਆਪਸ ਵਿੱਚ ਪਿਆਰ ਇਤਫਾਕ ਏਕਤਾ ਦਾ ਯਤਨ ਕਰਨਾ ਚਾਹੀਦਾ ਹੈ। ਬਿਨਾਂ ਲੋੜੇ ਵਾਦ ਵਿਵਾਦ ਨਹੀਂ ਕਰਨੇ ਚਾਹੀਦੇ। ਇਹਨਾਂ ਗ੍ਰੰਥਾਂ 'ਚੋਂ ਸਾਨੂੰ ਸਾਡਾ ਇਤਿਹਾਸ ਮਿਲਦਾ ਹੈ, ਸਾਡਾ ਵਿਰਸਾ ਪਤਾ ਲੱਗਦਾ ਹੈ, ਸਾਡੇ ਗੁਰੂਆਂ ਦਾ ਜੀਵਨ ਆਚਰਣ ਸ਼ਹੀਦਾਂ ਦਾ ਕੈਸਾ ਜੀਵਨ ਸੀ ਉਹ ਪਤਾ ਲੱਗਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਤਿਹਾਸ ਕਵੀ ਸੇਵਾ ਸਿੰਘ ਜੀ ਨੇ ਜੋ ਭੱਟਾਂ ਦੀ ਭਗਤ ਭੱਟ ਭਿੱਖਾ ਜੀ ਦੀ 6ਵੀਂ 7ਵੀਂ ਪੀੜ੍ਹੀ 'ਚ ਹੋਏ ਨੇ ਉਹਨਾਂ ਨੇ ਲਿਖਿਆ ਹੈ ਅਤੇ ਉਹ ਸਾਡੇ ਕੋਲ ਇਤਿਹਾਸ ਮੌਜੂਦ ਹੈ। ਕਿੱਥੇ ਕਿੱਥੇ ਭਾਈ ਮਨੀ ਸਿੰਘ ਜੀ ਗੁਰੂ ਘਰ ਦੀ ਸੇਵਾ ਕਰਦੇ ਰਹੇ। ਜਿਵੇਂ ਆਪਾਂ ਕੱਲ੍ਹ ਸਰਵਣ ਕੀਤਾ ਵੀ 13 ਸਾਲ ਦੀ ਉਮਰ 'ਚ ਗੁਰੂ ਹਰਿਰਾਏ ਸਾਹਿਬ ਕੋਲ ਆ ਗਏ ਸਨ। ਪਿਤਾ ਮਾਈ ਦਾਸ ਜੀ, ਦਾਦਾ ਸ਼ਹੀਦ ਭਾਈ ਬੱਲੂ ਜੀ ਔਰ ਪੜਦਾਦਾ ਭਾਈ ਮੂਲਾ ਜੀ, ਉਹਨਾਂ ਦੇ ਪਿਤਾ ਰਾਊ ਜੀ। ਇਹ ਸਾਰਾ ਪਰਿਵਾਰ ਸਿੱਖੀ ਨਾਲ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਜੁੜਿਆ। ਮਹਾਰਾਜ ਦੇ ਸਤਿਗੁਰੂ ਦੇ ਘਰ ਦੀ ਸੇਵਾ ਕੀਤੀ। ਭਾਈ ਮਨੀ ਸਿੰਘ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ 13 ਸਾਲ ਦੀ ਉਮਰ 'ਚ ਸੇਵਾ 'ਚ ਲੱਗੇ। ਭਾਂਡੇ ਮਾਂਜਦੇ ਹੋਏ ਸੇਵਾ ਕਰਕੇ ਪਰਮ ਪਦਵੀ ਨੂੰ ਪਹੁੰਚੇ। 15 ਸਾਲ ਦੀ ਉਮਰ 'ਚ ਆਪ ਜੀ ਦੀ ਸ਼ਾਦੀ ਹੋ ਗਈ। ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੱਦੀ 'ਤੇ ਆਏ। ਉਹਨਾਂ ਦੀ ਸੇਵਾ ਵੀ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ। ਫਿਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਣ ਲੱਗਿਆਂ ਬਾਬਾ ਬਕਾਲੇ ਕਹਿ ਕੇ ਜੋਤੀ ਜੋਤ ਸਮਾਏ।
ਫਿਰ ਬਾਬੇ ਬਕਾਲੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਵੀ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਈ। ਭਾਈ ਮਨੀ ਸਿੰਘ ਜੀ ਕਈ ਵਾਰੀ ਆਪਣੇ ਨਗਰ ਮੁਲਤਾਨ ਦੇ ਵਿੱਚ ਪਿੰਡ ਅਲੀਪੁਰ ਚਲੇ ਜਾਂਦੇ ਸਨ। ਅਲੀਪੁਰ ਉੱਤਰੀ ਉਸ ਪਿੰਡ ਦਾ ਨਾਮ ਇਤਿਹਾਸ 'ਚ ਮਿਲਦਾ ਹੈ, ਜੋ ਮੁਲਤਾਨ ਦੇ ਲਾਗੇ। ਫਿਰ ਆ ਜਾਂਦੇ ਸਨ। ਹੁਣ ਪਰਿਵਾਰ ਸਮੇਤ ਹੀ ਗੁਰੂ ਕੋਲ ਆ ਗਏ। ਸਭ ਪਰਿਵਾਰ ਚੜਾਇਆ ਬੇੜੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਗੁਰੂ ਸਾਹਿਬ ਦੇ ਬੇੜੇ ਤੇ ਆਪਣਾ ਪਰਿਵਾਰ, ਆਪਣਾ ਸਾਰਾ ਸਰਬੰਸੀ ਲੇਖੇ ਲਾ ਦਿੱਤਾ। ਸੇਵਾ 'ਚ ਲੱਗ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਿਵੇਂ ਸ਼ੁਰੂ ਕੀਤੀ, ਭਾਈ ਸੇਵਾ ਸਿੰਘ ਜੀ ਕਵੀ ਉਸ ਦਾ ਜ਼ਿਕਰ ਕਰ ਰਹੇ ਨੇ। ਆਪਾਂ ਸਰਵਣ ਕਰੀਏ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੈਸੇ ਮਹਾਂਪੁਰਸ਼ਾਂ ਨੂੰ ਯਾਦ ਕਰਦਿਆਂ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਓ ਸਹਿਤ ਪਰਿਵਾਰ ਕੇ। ਭਾਈ ਮਨੀ ਸਿੰਘ ਜੀ ਆਪਣੇ ਪਰਿਵਾਰ ਦੇ ਸਮੇਤ ਆ ਗਏ। ਮਨੀ ਸਿੰਘ ਬੁੱਧਮਾਨ, ਮਹਾਨ ਬੁੱਧੀਮਾਨ, ਮਹਾਨ ਵਿਦਵਾਨ, ਸਿਆਣੇ ਗਿਆਨੀ ਪੰਥ ਦੇ ਭਾਈ ਮਨੀ ਸਿੰਘ ਜੀ ਸਣੇ ਪਰਿਵਾਰ ਆਪਣੀ ਪਤਨੀ ਮਾਤਾ ਸੀਤੋ ਜੀ ਨੂੰ ਲੈ ਕੇ ਔਰ ਆਪਣੇ ਪੁੱਤਰਾਂ ਨੂੰ ਲੈ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਗਏ। ਸ੍ਰੀ ਅਨੰਦਪੁਰ ਸਾਹਿਬ 1709-20 ਮੈਂ ਉਦੋਂ ਸੰਮਤ 1729 ਸੀ ਤੇ ਜਿਹੜਾ ਦੂਸਰਾ ਉਹ 1672 1673 ਯਾਨੀ ਕਿ ਈਸਵੀ ਸਨ ਸੀ। 1729 ਬਿਕਰਮੀ ਤੇ 1673 ਈਸਵੀ ਦਾ ਸਮਾਂ ਬਣਦਾ ਹੈ, ਜਦੋਂ ਭਾਈ ਮਨੀ ਸਿੰਘ ਜੀ ਪੱਕੇ ਤੌਰ ਤੇ ਹੀ ਪਰਿਵਾਰ ਸਮੇਤ ਹੀ ਅਨੰਦਪੁਰ ਸਾਹਿਬ ਆ ਗਏ। ਹਾਂਜੀ, ਚੇਤ ਮਾਸ ਪਛਾਨ, ਚੇਤਕ ਦਾ ਮਹੀਨਾ ਸੀ। ਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹਨ। ਤੇਗ ਬਹਾਦਰ ਗੁਰੂ ਢਿੱਗ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਭਾਈ ਮਨੀ ਸਿੰਘ ਜੀ ਪਹੁੰਚੇ ਹਨ। ਚੱਕ ਨਾਨਕੀ ਮਾਹੇ, ਇਸ ਪਿੰਡ ਦਾ ਪਹਿਲਾ ਨਾਮ ਸੀ ਚੱਕ ਨਾਨਕੀ, ਉਸ ਤੋਂ ਪਹਿਲਾਂ ਸੀ ਮਾਖੋਵਾਲ। ਫਿਰ ਇਹਦਾ ਨਾਮ ਪ੍ਰਸਿੱਧ ਹੋ ਗਿਆ ਸ੍ਰੀ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਤਾ ਨਾਨਕੀ ਜੀ ਦੇ ਨਾਂ ਤੇ ਰੱਖਿਆ ਸੀ, ਚੱਕ ਨਾਨਕੀ। ਅਜੇ ਵੀ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ ਉਹਨੂੰ ਚੱਕ ਨਾਨਕੀ ਕਹਿੰਦੇ। ਚੱਕ ਮਾਤਾ ਨਾਨਕੀ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਨ, ਉਹਨਾਂ ਦੇ ਨਾਂ ਤੇ ਇਹਦਾ ਨਾਂ ਰੱਖਿਆ ਸੀ ਚੱਕ ਮਾਤਾ ਨਾਨਕੀ। ਉੱਥੇ ਭਾਈ ਮਨੀ ਸਿੰਘ ਜੀ ਆਏ ਹਨ। ਬਾਣੀ ਪੜ੍ਹੈ ਬਾਣੀ ਸੁਣੈ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਨੇ। ਸਾਰਾ ਦਿਨ ਕੰਮਕਾਰ ਸੇਵਾ ਕਰਦਿਆਂ ਬਾਣੀ ਪੜ੍ਹਦੇ ਰਹਿੰਦੇ ਨੇ। ਬਾਣੀ ਲਿਖੇ ਲਿਖਾਹੇ, ਤੇ ਬਾਣੀ ਲਿਖਦੇ ਵੀ ਨੇ। ਉਹਨਾਂ ਦਿਨਾਂ ਵਿੱਚ ਬਾਣੀ ਛਾਪੇ ਵਿੱਚ ਨਹੀਂ ਸੀ, ਹੱਥ ਨਾਲ ਲਿਖਣੀ ਪੈਂਦੀ ਸੀ। ਪੋਥੀਆਂ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿਹੜਾ ਸਿੱਖ ਗੁਰਬਾਣੀ ਲਿਖਦਾ ਉਹਦੇ ਹੱਥ ਪਵਿੱਤਰ ਹਨ, ਗੁਰਮੁਖ ਹੱਥ ਸਕੱਥ ਹਨ। ਸਾਧ ਸੰਗਤ ਗੁਰ ਕਾਰ ਕਮਾਵੈ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਸ਼ਬਦ ਲਿਵ ਲਾਵੇ। ਸੋ ਹੱਥਾਂ ਨਾਲ ਗੁਰਬਾਣੀ ਭਾਈ ਮਨੀ ਸਿੰਘ ਜੀ ਬੜੀ ਸੋਹਣੀ ਲਿਖਾਈ ਗੁਰੂ ਨੇ ਦਿੱਤੀ ਹੋਈ ਸੀ। ਤੇ ਗੁਰਬਾਣੀ ਦੀਆਂ ਪੋਥੀਆਂ, ਪੰਜ ਗ੍ਰੰਥੀਆਂ ਜਾਂ ਗੁਰੂ ਮਹਾਰਾਜ ਦੀ 22 ਵਾਰਾਂ ਦੀਆਂ ਪੋਥੀਆਂ ਜਾਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਨੂੰ ਵੀ ਪਹਿਲਾਂ ਪੋਥੀ ਸਾਹਿਬ ਕਹਿੰਦੇ ਸੀ। ਪੋਥੀ ਪਰਮੇਸ਼ਰ ਕਾ ਥਾਨ, ਇਹ ਵਾਹਿਗੁਰੂ ਦਾ ਪਰਮੇਸ਼ਰ ਦਾ ਰੂਪ ਹੈ। ਇਹਨੂੰ ਪਹਿਲਾਂ ਪੋਥੀ ਸਾਹਿਬ ਕਹਿੰਦੇ ਸੀ, ਫਿਰ ਇਹਨੂੰ ਗ੍ਰੰਥ ਸਾਹਿਬ ਕਹਿਣ ਲੱਗ ਪਏ। ਹੁਣ ਆਪਾਂ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਇਹ ਗੁਰੂ ਬਾਣੀ ਦੀਆਂ ਪੋਥੀਆਂ ਭਾਈ ਮਨੀ ਸਿੰਘ ਜੀ, ਕਿਸੇ ਨੂੰ ਜਪਜੀ ਸਾਹਿਬ ਦੀ ਪੋਥੀ ਲਿਖ ਕੇ ਦੇਣੀ, ਕਿਸੇ ਨੂੰ ਪੰਜ ਗ੍ਰੰਥੀ ਲਿਖ ਕੇ ਦੇਣੀ, ਕਿਸੇ ਨੂੰ ਹੋਰ ਕੋਈ ਗੁਰਬਾਣੀ, ਉਹ ਭਾਈ ਮਨੀ ਸਿੰਘ ਦੀ ਸੇਵਾ ਸੀ। ਲਿਖੀ ਜਾਂਦੇ ਸੀ ਤੇ ਦੂਜੇ ਬੱਚਿਆਂ ਨੂੰ, ਛੋਟਿਆਂ ਨੂੰ ਲਿਖਾਉਣਾ ਸਿਖਾਉਂਦੇ ਵੀ ਸੀ। ਛੋਟੇ ਛੋਟੇ ਬੱਚਿਆਂ ਨੂੰ ਨਾਲ ਬਿਠਾ ਲੈਣਾ ਵੀ ਲਿਖੋ। ਬਾਬਾ ਦੀਪ ਸਿੰਘ ਨੂੰ ਵੀ ਭਾਈ ਮਨੀ ਸਿੰਘ ਨੇ ਸਿਖਾਇਆ ਸੀ ਲਿਖਣਾ। ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਲਿਖਣ ਦੇ ਉਸਤਾਦ ਸਨ। ਸੋ ਭਾਈ ਮਨੀ ਸਿੰਘ ਜੀ ਗੁਰਬਾਣੀ ਦੀਆਂ ਪੋਥੀਆਂ ਲਿਖਦੇ ਹਨ। ਸਵਈਆ ਹਿੰਦ ਵਿਖੇ ਅੰਧ ਘੋਰ ਮਚਿਓ ਜਬ, ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀ ਤੇ ਬੜਾ
ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇਸ਼ ਦੇ ਵਿੱਚ ਬੜਾ ਅੰਧ ਹਨੇਰਾ ਛਾ ਗਿਆ ਸੀ, ਅੰਧ ਘੋਰ ਪੈ ਗਿਆ ਸੀ। ਹਾਂਜੀ, ਸਾਧੂ ਸੰਤ ਨਹਿ ਦੇਖਣ ਪਾਵਤ। ਕੋਈ ਸਾਧੂ ਸੰਤ ਮਹਾਤਮਾ ਨਜ਼ਰ ਨਹੀਂ ਸੀ ਆਉਂਦਾ। ਜਿਵੇਂ ਬਾਣੀ ਚ ਆਉਂਦਾ ਨਾ ਵੀ ਸਾਧ ਨਾ ਦਿਸੇ ਜੱਗ ਵਿੱਚ ਕੋਆ, ਉਦਾਂ ਦੀ ਹਾਲਤ ਬਣ ਗਈ ਸੀ। ਸਾਧੂ ਸੰਤ ਲੁਕਦੇ ਫਿਰਦੇ ਸਨ, ਕਿਉਂਕਿ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੂੰ ਜ਼ਾਲਮ ਸਰਕਾਰ ਕਿਤੇ ਟਿਕਣ ਨਹੀਂ ਸੀ ਦਿੰਦੀ, ਫੜ ਫੜ ਕੇ ਮਾਰਦੇ ਸੀ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਔਰੰਗਜ਼ੇਬ ਦਾ ਰਾਜ ਆ ਗਿਆ, ਬੜਾ ਜ਼ਾਲਮ ਬਾਦਸ਼ਾਹ, ਸਵਾ ਮਣ ਜਨੇਊ ਰੋਜ਼ ਤੋੜ ਕੇ ਤੇ ਰੋਟੀ ਖਾਂਦਾ ਸੀ। ਕਹਿੰਦਾ ਸੀ ਮੈਂ ਆਪਣੇ ਦੇਸ਼ ਸਾਰੀ ਦੁਨੀਆ ਮੁਸਲਮਾਨ ਬਣਾਣੀ, ਕੋਈ ਦੂਜਾ ਧਰਮ ਰਹਿਣ ਨਹੀਂ ਦੇਣਾ। ਹਾਂਜੀ, ਧਰਮ ਦੇ ਥਾਂ ਅਧਰਮ ਹੋਵੇ। ਧਰਮ ਦੇ ਥਾਂ ਤੇ ਅਧਰਮ ਹੁੰਦਾ ਸੀ। ਜਿਹੜੀਆਂ ਮਸੀਤਾਂ ਰੱਬ ਦੇ ਭਗਤੀ ਕਰਨ ਵਾਸਤੇ ਬਣੀਆਂ ਨੇ, ਉਹਨਾਂ ਮਸੀਤਾਂ 'ਚ ਲਿਆ ਕੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਿਹੜੇ ਮੰਦਰ ਰੱਬ ਦੀ ਪੂਜਾ ਕਰਨ ਵਾਸਤੇ ਬਣੇ ਨੇ, ਉੱਥੇ ਜ਼ਬਰਦਸਤੀ ਗਊਆਂ ਮਾਰ ਕੇ ਉਹਨਾਂ ਦਾ ਖੂਨ ਡੋਲ ਦਿੰਦੇ ਸੀ। ਤੇ ਯਾਨੀ ਹਿੰਦੂਆਂ ਦੀਆਂ ਧਰਮ ਸਥਾਨ ਜਿਹੜੇ ਨੇ ਹਿੰਦੂਆਂ ਦੇ, ਉਹਨਾਂ ਨੂੰ ਇੱਦਾਂ ਅਪਵਿੱਤਰ ਕਰ ਦਿੰਦੇ ਸੀ, ਤੇ ਆਪਣੀਆਂ ਮਸੀਤਾਂ ਜਿਹੜੇ ਆ ਕੇ ਜ਼ਬਰਦਸਤੀ ਕਰਦੇ ਸੀ, ਉਹ ਵੀ ਅਪਵਿੱਤਰ ਹੋ ਜਾਂਦੀਆਂ ਸੀ। ਯਾਨੀ ਧਰਮ ਸਥਾਨਾਂ ਤੇ ਅਧਰਮ ਹੁੰਦਾ ਸੀ, ਧਰਮ ਕਿਤੇ ਰਿਹਾ ਹੀ ਨਹੀਂ ਸੀ। ਹਾਂਜੀ, ਨਹਿ ਰਛਕ ਗਊ ਗਰੀਬ ਦਿਖਾਵਤ। ਗਊ ਗਰੀਬ ਦਾ ਕੋਈ ਰਾਖਾ ਨਹੀਂ ਸੀ, ਗਰੀਬ ਦੀ ਕੋਈ ਮਦਦ ਨਹੀਂ ਸੀ ਕਰਦਾ। ਗਰੀਬ ਨੂੰ ਫੜ ਫੜ ਕੇ ਜਿੱਥੇ ਵੀ ਜ਼ਾਲਮ ਸਰਕਾਰ ਉਹ ਜ਼ੁਲਮ ਕਰੀ ਜਾਂਦੀ ਸੀ। ਵੱਡੇ ਲੋਕ, ਹਿੰਦੂ ਵੀ ਮੁਸਲਮਾਨ ਵੀ ਜਿਹੜੇ ਵੱਡੇ ਸਨ, ਉਹ ਆਪਣੇ ਛੋਟਿਆਂ ਤੇ ਜ਼ੁਲਮ ਕਰੀ ਜਾਂਦੇ ਸਨ। ਹਾਂਜੀ, ਤਬ ਤੇਗ ਬਹਾਦਰ ਹਿੰਦ ਕੀ ਚਾਦਰ। ਉਸ ਵੇਲੇ ਮਹਾਰਾਜ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਈ। ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਦੇ ਚਰਨਾਂ ਵਿੱਚ। ਥੇ ਚੱਕ ਨਾਨਕੀ ਬੀਚ ਬਿਤਾਵਤ। ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਚੱਕ ਮਾਤਾ ਨਾਨਕੀ ਵਿੱਚ ਬੈਠੇ ਸਨ ਤੇ ਸੰਗਤਾਂ ਨੂੰ ਭਗਤੀ ਦਾ, ਸਿਮਰਨ ਦਾ, ਨਾਮ ਜਪਣ ਦਾ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਹੇ ਸਨ। ਸੇਵਾ ਹਰੀ ਇਸ ਘੋਰ ਕਲੂ ਮਹਿ। ਉਸ ਕਲਯੁਗ ਦੇ ਘੋਰ ਸਮੇਂ ਵਿੱਚ, ਅੰਧਕਾਰ ਦੇ ਸਮੇਂ ਵਿੱਚ, ਗੁਰੂ ਜੰਝੂ ਟਿੱਕੇ ਕੀ ਲਾਜ ਰਖਾਵਤ। ਮਹਾਰਾਜ ਤਿਲਕ ਜੰਝੂ ਦੇ ਰਾਖੇ ਬਣਨ ਲੱਗੇ ਹਨ। ਗੁਰੂ ਤੇਗ ਬਹਾਦਰ ਸਾਹਿਬ ਇੱਕ ਆਸ ਦੀ ਕਿਰਨ ਸਨ ਹਿੰਦੁਸਤਾਨੀ ਲੋਕਾਂ ਵਾਸਤੇ, ਭਾਰਤੀ ਲੋਕਾਂ ਵਾਸਤੇ, ਜਿਨ੍ਹਾਂ ਦਾ ਧਰਮ ਖਤਰੇ 'ਚ ਪੈ ਰਿਹਾ ਸੀ। ਦੋਹਰਾ ਦੁਖੀਏ ਬਿਪਰ ਜੋ ਚੱਲ ਕੇ। ਸਾਧ ਸੰਗਤ ਜੀ, ਦੁਖੀਏ ਬ੍ਰਾਹਮਣ ਕਸ਼ਮੀਰ ਤੋਂ ਚੱਲ ਕੇ ਆਏ ਪੁਰੀ ਆਨੰਦ। ਸ੍ਰੀ ਆਨੰਦਪੁਰ ਸਾਹਿਬ ਆਏ ਨੇ। ਇੱਕ ਸ਼ਹਿਰ ਹੈ ਮਟਨ, ਦਾਸ ਉੱਥੇ ਗਿਆ ਹੈ। ਉੱਥੇ ਮਟਨ ਸ਼ਹਿਰ ਕਸ਼ਮੀਰ ਦੇ ਸ੍ਰੀਨਗਰ ਤੋਂ 50 ਕੁ ਮੀਲ ਦੀ ਵਾਟ ਤੇ ਹੈ। ਉੱਥੇ ਸਾਧ ਸੰਗਤ ਜੀ ਇੱਕ ਕਿਰਪਾ ਰਾਮ ਬੜਾ ਮਹਾਂਪੁਰਸ਼ ਸਾਧੂ ਬ੍ਰਾਹਮਣ ਸੀਗਾ। ਉਹ ਸਾਰੇ ਕਸ਼ਮੀਰੀ ਪੰਡਤਾਂ ਦਾ ਆਗੂ ਸੀ। ਉਹਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ, ਇੱਕ ਜਥਾ ਜਿਹਾ ਬਣ ਕੇ ਪੰਡਤਾਂ ਦਾ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹੁੰਚਿਆ। ਹਾਂਜੀ, ਬਾਹੇ ਸਾਡੀ ਪਕੜੀਏ। ਤੇ ਉਹਨਾਂ ਨੇ ਆ ਕੇ ਫਰਿਆਦ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ, ਸਤਿਗੁਰੂ ਜੀ ਸਾਡੀ ਬਾਂਹ ਫੜ ਲਓ। ਗੁਰ ਹਰਗੋਬਿੰਦ ਕੇ ਚੰਦ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਸਨ, ਗੁਰੂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ। ਉਹਨਾਂ ਦੀ ਆਸ ਤੱਕ ਤੇ ਇਹ ਪੰਡਤ ਆਏ, ਕਹਿੰਦੇ ਸੱਚੇ ਪਾਤਸ਼ਾਹ ਸਾਡੇ ਧਰਮ ਦੀ ਰਾਖੀ ਕਰੋ। ਤੇਗ ਬਹਾਦਰ ਜਗਤ ਗੁਰ। ਧੰਨ ਗੁਰੂ ਤੇਗ ਬਹਾਦਰ ਸਾਰੇ ਜਗਤ ਦੇ ਗੁਰੂ 9ਵੇਂ ਪਾਤਸ਼ਾਹ ਜੀ। ਸੁਣ ਇਮ ਹਾਹਾਕਾਰ। ਪੰਡਤਾਂ ਦੀ ਹਾਹਾਕਾਰ, ਦਾਦ ਫਰਿਆਦ ਸੁਣ ਕੇ ਰਛਕ ਗਊ ਗਰੀਬ ਕਾ। ਮਹਾਰਾਜ ਗਊ ਗਰੀਬ ਦੇ ਆਪਣੀ ਸ਼ਰਨ ਆਏ ਦੁਖਿਆਰੀ ਪੰਡਤਾਂ ਦੇ ਰਾਖੇ ਬਣ ਗਏ। ਕਲ ਯੁਗ ਕਾ ਅਵਤਾਰ। ਕਲਯੁਗ ਦੇ ਅਵਤਾਰ ਸਤਿਗੁਰੂ ਮਹਾਰਾਜ 9ਵੇਂ ਪਾਤਸ਼ਾਹ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ 9ਵਾਂ ਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਦੇ ਬਾਂਹ ਫੜੀ ਹੈ ਉਸ ਵੇਲੇ। ਹਾਂਜੀ, ਚੌਪਈ ਹਾਥ ਜੋਰ ਕਹਿਓ ਕਿਰਪਾ ਰਾਮ। ਉਸ ਵੇਲੇ ਪੰਡਤ ਕਿਰਪਾ ਰਾਮ ਮਟਨ ਦਾ ਇਹ ਬਾਹਮਣ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ। ਇਹਦਾ ਨਾਮ ਕਿਰਪਾ ਰਾਮ ਸੀ। ਜਦੋਂ ਮਹਾਰਾਜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਤੇ ਇਹਨੇ ਆਪਣਾ ਨਾਮ ਕਿਰਪਾ ਸਿੰਘ ਰੱਖ ਲਿਆ ਸੀ। ਤੇ ਗੁਰੂ ਮਹਾਰਾਜ ਦੇ ਨਾਲ ਚਮਕੌਰ ਦੇ ਜੰਗ 'ਚ ਸ਼ਹੀਦ ਹੋਇਆ ਸੀ ਇਹ ਕਿਰਪਾ ਰਾਮ ਬਾਹਮਣ ਸਿੰਘ ਸੱਜ ਗਿਆ ਸੀ।
ਕਿਰਪਾ ਰਾਮ ਬਾਹਮਣ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ। ਦਤ ਬ੍ਰਾਹਮਣ ਮਟਨ ਗ੍ਰਾਮ, ਇਹ ਮਟਨ ਸ਼ਹਿਰ ਦਾ ਦਤ ਇਹਨਾਂ ਦਾ ਗੋਤ ਸੀਗਾ ਕਿਰਪਾ ਰਾਮ ਦਾ। ਜਿਵੇਂ ਜ਼ਿਮੀਦਾਰਾਂ ਜੱਟਾਂ ਦੀਆਂ ਜਾਤਾਂ 'ਚ ਬੜੇ ਗੋਤ ਹੁੰਦੇ ਨੇ, ਬ੍ਰਾਹਮਣਾਂ ਦੇ ਵੀ ਬੜੇ ਗੋਤ, ਹਰ ਇੱਕ ਜਾਤ ਵਿੱਚ ਅੱਗੇ ਗੋਤ ਹੁੰਦੇ ਨੇ। ਉਹ ਜਿਹੜਾ ਸੀਗਾ ਬ੍ਰਾਹਮਣ ਸੀ, ਪਰ ਉਹਦੇ ਅੱਗੋਂ ਗੋਤ ਸਨ। ਇੱਕ ਦੱਤ ਗੋਤ ਹੁੰਦਾ, ਦੱਤ ਗੋਤ ਦਾ ਬ੍ਰਾਹਮਣ ਸੀ। ਕਿਰਪਾ ਰਾਮ ਦੱਤ ਮਟਨ ਦਾ ਰਹਿਣ ਵਾਲਾ ਸੀ। ਹਾਂਜੀ, ਹਮਰੋ ਬਲ ਅਬ ਰਹਿਓ ਨਹਿ ਕਾਈ। ਕਿਰਪਾ ਰਾਮ ਦੱਤ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ, ਸਾਡੇ 'ਚ ਕੋਈ ਬਲ ਨਹੀਂ ਰਿਹਾ, ਸਾਡੀ ਹੁਣ ਕੋਈ ਪੇਸ਼ ਨਹੀਂ ਜਾਂਦੀ, ਸਾਡਾ ਹੁਣ ਕੋਈ ਚਾਰਾ ਨਹੀਂ, ਸਾਡੇ ਤੇ ਬੜੀ ਭਾਰੀ ਜ਼ਾਲਮ ਸਰਕਾਰ ਦੀ ਸਖਤੀ ਹੋ ਰਹੀ ਹੈ, ਉਹ ਸਖਤੀ ਸਾਹਮਣੇ ਸਾਡੀ ਕੋਈ ਪੇਸ਼ ਨਹੀਂ ਜਾਂਦੀ। ਹੇ ਗੁਰੂ ਤੇਗ ਬਹਾਦਰ ਰਾਈ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੁਸੀਂ ਸਾਡੇ ਧਰਮ ਦੇ ਰਾਖੇ ਬਣੋ। ਗੱਜ ਕੇ ਬੰਧਨ ਕਾਟਨ ਹਾਰੇ। ਜਿਵੇਂ ਹਾਥੀ ਦੇ ਬੰਧਨ ਕੱਟੇ ਸੀ ਨਾ, ਗੱਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਹਾਥੀ ਦੇ ਉਸ ਪ੍ਰਸੰਗ ਨੂੰ ਬਾਰ-ਬਾਰ ਚਿਤਰਿਆ ਗਿਆ। ਤੇ ਪੁਰਾਣਾ ਇੱਕ ਗ੍ਰੰਥ ਹੈ ਗਜੇਂਦਰ ਮੋਕਸ਼ ਮਹਾਭਾਰਤ ਦੇ ਅੰਦਰ ਵੀ ਆਉਂਦਾ, ਤੇ ਭਾਗਵਤ ਵਿੱਚ ਵੀ ਕਥਾ ਆਉਂਦੀ ਹੈ, ਬਹੁਤ ਪੁਰਾਣੀ ਚਲੀ ਆਉਂਦੀ ਹੈ ਵੀ ਹਾਥੀ ਨੂੰ ਤੰਦੂਏ ਨੇ ਪੈਰ ਤੋਂ ਫੜ ਲਿਆ ਤੇ ਥੱਲੇ ਖਿੱਚਣ ਲੱਗਾ। ਹਾਥੀ ਡੁੱਬਦਾ ਡੁੱਬਦਾ ਜਦੋਂ ਹਾਥੀ ਨੇ ਦੇਖਿਆ ਵੀ ਹੁਣ ਮੇਰੀ ਜਾਨ ਖਤਰੇ 'ਚ ਹੈ, ਮੈਂ ਬਚ ਨਹੀਂ ਸਕਦਾ, ਉਹਨੇ ਪਰਮੇਸ਼ਰ ਅੱਗੇ ਪੁਕਾਰ ਕੀਤੀ ਤੇ ਪਰਮੇਸ਼ਰ ਅਕਾਲ ਪੁਰਖ ਜੀ ਆ ਕੇ ਕਰ ਧਰੇ ਚੱਕਰ ਬੈਕੁੰਠ ਤੇ ਆਏ। गज हस्ती के प्राण उभारियले, दो शासन की सभा द्रौपदी, अंबर लेत उबारियले, मन राम नामा बेदियले। ਮਹਾਰਾਜ ਦੀ ਬਾਣੀ ਵਿੱਚ ਉਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਵਾਹਿਗੁਰੂ ਨੇ ਰੱਖਿਆ ਕੀਤੀ, ਤੇ ਕਹਿੰਦੇ ਆ ਵੀ ਉਸ ਗਜ ਹਾਥੀ ਦੀ ਵੀ ਪਰਮੇਸ਼ਰ ਨੇ ਰੱਖਿਆ ਕੀਤੀ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਵੇਂ ਹਾਥੀ ਦੀ ਤੁਸੀਂ ਰੱਖਿਆ ਕੀਤੀ ਸੀ। ਹਾਂਜੀ, ਤੁਮ ਗੁਰੂ ਨਾਨਕ ਹੈ ਅਵਤਾਰੇ। ਤੁਸੀਂ ਗੁਰੂ ਨਾਨਕ ਦਾ ਅਵਤਾਰ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਜਿਵੇਂ ਦ੍ਰੋਪਦੀ ਰਾਖੀ ਲਾਜ। ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਸੀ ਸਭਾ ਦੇ ਅੰਦਰ ਸਭਾ ਦੁਸ਼ਾਸਨੇ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਦੇਖਦੇ ਔਕੜ ਰੁੱਧੀ ਨਾਰ ਜਿਨ੍ਹਾਂ ਦੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਉਸ ਵੇਲੇ ਦੁਸ਼ਾਸਨ ਮੱਥੇ ਤੋਂ ਆਪਣੀ ਭਰਜਾਈ ਨੂੰ ਕੇਸਾਂ ਤੋਂ ਘੜੀਸਦਾ ਲੈ ਕੇ ਆਇਆ, ਵਾਲਾਂ ਤੋਂ ਫੜ ਕੇ, ਤੇ ਦੁਰਯੋਧਨ ਨੇ ਬੜੇ ਮਾੜੇ ਬਚਨ ਕਹੇ, ਕਹਿਣ ਲੱਗਾ ਇਹਦੇ ਇੱਕ ਬਸਤਰ ਉਤਾਰ ਦਿਓ। ਉਸ ਵੇਲੇ ਉਹਨੇ ਸਾਰਿਆਂ ਵੱਲ ਵੇਖਿਆ, ਕਿਸੇ ਨੇ ਉਹਦੀ ਮਦਦ ਨਹੀਂ ਕੀਤੀ, ਹਾਰ ਕੇ ਪਰਮੇਸ਼ਰ ਅੱਗੇ ਅਰਦਾਸ ਕੀਤੀ, ਪੰਚਾਲੀ ਕੋ ਰਾਜ ਸਭਾ ਮੈਂ, ਰਾਮ ਨਾਮ ਸੁਧ ਆਈ, ਤਾਂ ਕੋ ਦੁਖ ਹਰਿਓ ਕਰੁਣਾ ਮੈਂ, ਆਪਣੀ ਪੈਜ ਬੜਾਈ। ਭਗਵਾਨ ਨੇ ਆ ਕੇ ਕਹਿੰਦੇ ਦ੍ਰੋਪਦੀ ਦੀ ਲਾਜ ਰੱਖ ਲਈ। ਉਹ ਜਿੰਨੇ ਕੱਪੜੇ ਖਿੱਚੀ ਗਏ ਸਾੜੀ ਦੇ, ਉਹਨੇ ਹੀ ਹੋਰ ਆਂਦੇ ਗਏ। ਅੰਬਰ ਕੋਟ ਉਸਾਰਿਆਨ, ਕਿਲਾ ਉਸਰ ਗਿਆ ਕੱਪੜਿਆਂ ਦਾ। ਥੱਕੇ ਦੂਤ ਨਾ ਪਾਰ ਵਸਾਂਦੀ, ਦੂਤ ਥੱਕ ਗਏ ਪਰ ਕੋਈ ਜ਼ੋਰ ਨਹੀਂ ਚੱਲਿਆ। ਜਿਵੇਂ ਦ੍ਰੋਪਦੀ ਦੀ ਲਾਜ ਰੱਖੀ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ, ਕਲਯੁਗ ਹੋਏ ਰੱਖੋ ਦਾਸ ਭਾਟ ਕੀ ਲਾਜ। ਇਦਾਂ ਅਰਦਾਸ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਕਰ ਰਹੇ ਹਨ। ਹਾਂਜੀ, ਦੇਓ ਸਵਾਰ ਸੁਦਾਮੇ ਕਾਜ। ਮਹਾਰਾਜ ਜਿਵੇਂ ਸੁਦਾਮੇ ਗਰੀਬ ਨੂੰ ਆਪਣੀ ਸ਼ਰਨ ਆਇਆ, ਭਗਵਾਨ ਕ੍ਰਿਸ਼ਨ ਜੀ ਦੇ ਰੂਪ ਵਿੱਚ ਲਾਜ ਰੱਖ ਲਈ ਸੀ ਨਾ। ਕਹਿੰਦੇ ਭਗਵਾਨ ਜੀ ਛੱਡ ਸਿੰਘਾਸਣ ਹਰ ਜੀ ਆਏ, ਨੰਗੇ ਪੈਰੀ ਦੌੜੇ ਸਨ, ਤੇ ਸੁਦਾਮੇ ਨੂੰ ਬੜੇ ਸਨਮਾਨ ਨਾਲ ਲਿਆ ਕੇ ਆਪਣੇ ਆਸਣ ਤੇ ਬਿਠਾਇਆ, ਆਪਣੇ ਹੱਥੀਂ ਪੈਰ ਧੋ ਕੇ, ਤੇ ਸੁਦਾਮੇ ਦੇ ਘਰ ਚਾਰ ਪਦਾਰਥ ਸकुच ਪਠਾਏ, ਸਾਰਾ ਕੁਝ ਹੀ ਬਖਸ਼ ਦਿੱਤਾ ਸੀ ਜਿਵੇਂ ਸੁਦਾਮੇ ਦੀ ਲਾਜ ਰੱਖੀ ਸੀ। ਫਿਰਤ ਪ੍ਰਭ ਆਏ ਥਾਰੈ। ਇਹ ਮਹਾਰਾਜ, ਅਸੀਂ ਵੀ ਸਾਰੇ ਪਾਸਿਓਂ ਫਿਰ ਕੇ ਨਿਰਾਸ਼ ਹੋ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਹਾਡੇ ਤੋਂ ਬਿਨਾਂ ਮਹਾਰਾਜ ਹੁਣ ਸਾਡਾ ਹੋਰ ਕੋਈ ਚਾਰਾ ਨਹੀਂ ਹੈ। ਥਾਕ ਪਰੈ ਹੋ ਤੋ ਦਰਬਾਰੈ। ਕਸ਼ਮੀਰੀ ਪੰਡਤ ਕਿਰਪਾ ਰਾਮ ਕਹਿੰਦੇ ਮਹਾਰਾਜ, ਅਸੀਂ ਥੱਕ ਕੇ, ਹਾਰ ਕੇ, ਹੰਬ ਕੇ, ਸਾਰੇ ਪਾਸਿਓਂ ਨਿਰਾਸ਼ ਹੋ ਕੇ ਤੁਹਾਡੀ ਸ਼ਰਨ ਤੱਕੀ ਹੈ। ਹਾਂਜੀ, ਸੇਵਾ ਹਰੀ ਇਮ ਅਰਜ ਗੁਜ਼ਾਰੀ। ਸੇਵਾ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਪੰਡਤਾਂ ਨੇ ਬੇਨਤੀ ਕੀਤੀ
ਤੁਮ ਕਲ ਜੁਗ ਕੇ ਕ੍ਰਿਸ਼ਨ ਮੁਰਾਰੀ। हे ਮਹਾਰਾਜ, ਜਿਵੇਂ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਦੁਆਪਰ ਵਿੱਚ ਸੁਦਾਮੇ ਦੀ, ਬਿਦਰ ਦੀ, ਦ੍ਰੋਪਦੀ ਦੀ ਲਾਜ ਰੱਖੀ ਸੀ, ਕਲਯੁਗ 'ਚ ਤੁਸੀਂ ਰੱਖਣ ਵਾਲੇ ਹੋ। ਕਲਯੁਗ ਦੇ ਕ੍ਰਿਸ਼ਨ ਮੁਰਾਰੀ ਤੁਸੀਂ ਹੋ, ਕਲਯੁਗ ਦੇ ਅਵਤਾਰ ਤੁਸੀਂ ਹੋ। ਹੁਣ ਦੇਵੀ ਦੇਵਤੇ ਜਿਹੜੇ ਪਿੱਛੇ ਹੋ ਚੁੱਕੇ ਨੇ ਉਹ ਸਾਡੀ ਸਹਾਇਤਾ ਨਹੀਂ ਕਰ ਸਕਦੇ। ਹੁਣ ਕਹਿੰਦੇ ਜਿਹਦਾ ਰਾਜ ਹੋਵੇ ਨਾ ਉਹਦਾ ਸਿੱਕਾ ਚੱਲਦਾ ਹੁੰਦਾ। ਕਲਯੁਗ ਵਿੱਚ ਰਾਜ ਕਿਹੜਾ? ਕਲਯੁਗ ਦਾ ਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਪਿਛਲੇ ਯੁੱਗਾਂ ਵਿੱਚ ਹੋਰ ਮਹਾਂਪੁਰਸ਼ ਸਨ, ਸ੍ਰੀ ਰਾਮਚੰਦਰ ਜੀ, ਕ੍ਰਿਸ਼ਨ ਜੀ ਆਦਿਕ। ਕਲਯੁਗ ਦੇ ਵਿੱਚ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਹਿ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ। ਇਸ ਵੇਲੇ ਤੁਹਾਡਾ ਰਾਜ ਕਲਯੁਗ ਦੇ ਕ੍ਰਿਸ਼ਨ ਮੁਰਾਰੀ ਤੁਸੀਂ ਹੋ। ਹਾਂਜੀ। ਦੋਹਰਾ ਗੁਰ ਦਰ ਤੇ ਇਮ ਵਿਪਰ ਨੇ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ 'ਚ ਉਸ ਪੰਡਿਤ ਨੇ ਬੇਨਤੀ ਫਰਿਆਦ ਦਾਦ ਕੀਤੀ ਹੈ, ਬਿਰਥਾ ਕਹੀ ਸੁਨਾਏ, ਆਪਣੀ ਸਾਰੀ ਮਨ ਦੀ ਬਿਰਥਾ ਸੁਣਾਈ ਹੈ। ਅਵਰ ਵਾਸਨਾ ਨਾਹੇ ਪ੍ਰਭ। ਕਹਿਣ ਲੱਗਾ ਮਹਾਰਾਜ, ਸਾਡੀ ਹੋਰ ਕੋਈ ਮੰਗ ਨਹੀਂ, ਹੋਰ ਕੋਈ ਅਸੀਂ ਤੁਹਾਥੋਂ ਵਾਸਨਾ ਲੈ ਕੇ ਕੋਈ ਮੰਗਣ ਨਹੀਂ ਆਏ। ਜਿਹੜੀ ਚੀਜ਼ ਅਸੀਂ ਮੰਗਦੇ ਹਾਂ ਉਹ ਇਹ ਆ ਵੀ ਸਾਡੇ ਧਰਮ ਦੀ ਰਾਖੀ ਕਰੋ। ਹਾਂਜੀ। ਪੱਕੀ ਤੋ ਸਰਨਾਏ। ਹੁਣ ਤੁਹਾਡੀ ਸ਼ਰਨ ਤੱਕੀ ਹੈ, ਸਾਡੇ ਧਰਮ ਦੀ ਲਾਜ ਰੱਖ ਲਓ, ਸਾਡਾ ਧਰਮ ਡੁੱਬਦਾ ਜਾਂਦਾ, ਬੇੜਾ ਬਚਾ ਲਓ, ਬੰਨੇ ਲਾ ਦਿਓ। ਦੋਹਰਾ ਰਵੀ ਚਾਂਦ ਹੈ ਜਗਤ ਮੈਂ। ਮਹਾਰਾਜ, ਜਿੰਨਾ ਚਿਰ ਚੰਦ ਤੇ ਸੂਰਜ ਧਰਤੀ ਤੇ ਰਹਿਣਗੇ ਜਗਤ ਦੇ ਵਿੱਚ, ਜੋ ਲੋ ਧਰਨ ਆਕਾਸ਼, ਜਿੰਨਾ ਚਿਰ ਧਰਤੀ ਤੇ ਆਕਾਸ਼ ਰਹਿਣਗੇ, ਨਾਮ ਰਹੇ ਸਦੀਵ ਤੋ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡਾ ਨਾਂ ਰਹੇਗਾ। ਰਹਿੰਦੀ ਦੁਨੀਆ 'ਚ ਇਸ ਸੱਚਾਈ ਤੋਂ ਕੋਈ ਭੱਜ ਤਾਂ ਨਹੀਂ ਸਕਦਾ। ਭਾਵੇਂ ਜਿੰਨਾ ਮਰਜ਼ੀ ਕੋਈ ਅਕਿਰਤ ਘਣ ਹੋ ਜਾਵੇ, ਇਹ ਗੱਲ ਨੇ ਦੇ ਇਤਿਹਾਸ ਨੇ ਮੁੜ ਮੁੜ ਕੇ ਸਾਹਮਣੇ ਆਉਣਾ ਹੀ ਹੈ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਬਿਰਧ ਬਾਣਾ ਦਾ ਤੁਸੀਂ ਲਾਜ ਰੱਖਣੀ ਹੈ ਨਾ, ਇਹ ਰਹਿੰਦੀ ਦੁਨੀਆ ਤੱਕ ਰਹੇਗੀ। ਹਾਂਜੀ। ਪੂਰੋ ਜਨ ਕੀ ਆਸ। ਆਪਣੇ ਜਨਾਂ ਦੀ, ਆਪਣੀ ਸ਼ਰਨ ਆਇਆਂ ਦੀ ਲਾਜ ਰੱਖ ਲਓ ਸੱਚੇ ਪਾਤਸ਼ਾਹ, ਸਾਡੀ ਆਸਾ ਪੂਰੀ ਕਰ ਦਿਓ। ਚੌਪੀ ਤਬ ਸਤਿਗੁਰ ਇਵ ਮਨ ਠਹਿਰਾਈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦੀ ਬੇਨਤੀ ਸੁਣ ਕੇ ਮਨ ਵਿੱਚ ਸੋਚਿਆ, ਬਿਨ ਸਿਰ ਦੀਏ ਜਗਤ ਦੁਖ ਪਾਈ। ਮਹਾਰਾਜ ਕਹਿੰਦੇ ਸਾਨੂੰ ਆਪਣਾ ਸੀਸ ਦੇਣਾ ਪੈਣਾ, ਬਿਨਾਂ ਸੀਸ ਦਿੱਤਿਆਂ ਜਗਤ ਦੁਖੀ ਹੁੰਦਾ ਹੈ। ਤੇ ਪੰਡਤਾਂ ਨੂੰ ਪੁੱਛਿਆ ਵੀ ਤੁਹਾਡੇ 'ਚ ਕੋਈ ਮਹਾਂਪੁਰਸ਼ ਸੀਸ ਦੇ ਸਕਦਾ? ਕੋਈ ਤੁਹਾਡਾ ਆਗੂ ਜਿਹੜਾ ਆਪਣੇ ਸੀਸ ਦਾ ਬਲੀਦਾਨ ਦਵੇ ਤੇ ਜਾ ਕੇ ਆਪਣੇ ਧਰਮ ਵਾਸਤੇ ਡਟ ਜਾਵੇ? ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਇਹ ਤਾਂ ਸੀਸ ਦੇ ਕੇ ਗੱਲ ਬਣਦੀ ਹੈ। ਹਾਂਜੀ। ਦਾਸ ਗੋਬਿੰਦ ਥੀ ਪਾਸ ਬਹਾਇਓ। ਉਸ ਵੇਲੇ ਆਪਣੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ 9 ਸਾਲ ਦੇ ਸਨ ਕੋਲ ਬਿਠਾ ਲਿਆ। ਕਮਰ ਕੱਸਾ ਸਤਿਗੁਰੂ ਕਰਾਇਓ। ਤੇ ਮਹਾਰਾਜ ਨੇ ਜਦੋਂ ਪੰਡਤਾਂ ਵੱਲ ਵੇਖਿਆ ਤੇ ਪੰਡਤ ਤਾਂ ਸਿਰ ਨੀਵਾਂ ਕਰ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੋਈ ਨਹੀਂ ਹੁਣ, ਤੁਸੀਂ ਇਹਨਾਂ ਦੀ ਬਾਂਹ ਫੜੋ। ਤੇ ਮਹਾਰਾਜ ਨੇ ਆਪਣੇ ਲਾਲ ਨੂੰ ਗੱਦੀ ਤੇ ਬਿਠਾ ਕੇ ਕਮਰ ਕਸਾ ਕਰਾ ਦਿੱਤਾ। ਪੈਸੇ 5 ਸ੍ਰੀ ਫਲ 1। 5 ਪੈਸੇ ਤੇ ਨਾਰੀਅਲ ਰੱਖ ਕੇ ਧਰ ਆਗੇ ਦਿਓ ਮਸਤਕ ਟੇਕ। ਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇ ਦਿੱਤੀ। ਬਾਲ ਗੁਰੂ ਤਬ ਕਹਿਓ ਅਲਾਏ। ਤੇ ਬਾਲ ਗੁਰੂ ਸ੍ਰੀ ਗੁਰੂ ਗੋਬਿੰਦ ਰਾਏ ਸਾਹਿਬ ਦਸਮ ਪਾਤਸ਼ਾਹ ਜੀ ਮਹਾਰਾਜ ਬੋਲੇ, ਪਿਤਾ ਗੁਰੂ ਤੋ ਕਰੋ ਸਹਾਏ। ਤੇ ਪਿਤਾ ਜੀ ਤੁਸੀਂ ਸਾਡੇ ਸਹਾਈ ਰਹਿਣਾ, ਤੁਹਾਡੀ ਕਿਰਪਾ ਨਾਲ ਸਾਰੇ ਕੰਮ ਫਤਿਹ ਹੋਣਗੇ। ਹਾਂਜੀ। ਸੇਵਾ ਹਰੀ ਸੁਨ ਧੀਰਜ ਦੀਨਾ। ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿਆਰੇ ਪੁੱਤਰ ਗੋਬਿੰਦ ਰਾਏ ਦੇ ਸੀਸ ਤੇ ਹੱਥ ਰੱਖਿਆ, ਹੌਸਲਾ ਦਿੱਤਾ ਕਿ ਲਾਲ ਜੀ ਸਦਾ ਹੀ ਗੁਰੂ ਨਾਨਕ ਤੁਹਾਡੇ ਅੰਗ ਸੰਗ ਰਹਿਣਗੇ, ਹਰ ਮੈਦਾਨ ਤੁਹਾਡੀ ਫਤਿਹ ਹੋਵੇਗੀ। ਹਾਂਜੀ। ਦਿੱਲੀ ਦਸਾ ਭਿਆਨਾ ਕੀਨਾ। ਆਪ ਗੁਰੂ ਸਾਹਿਬ ਆਪਣੇ ਪੁੱਤਰ ਨੂੰ ਯਤੀਮ ਕਰਕੇ ਹਿੰਦੁਸਤਾਨ ਦੇ ਬੱਚਿਆਂ ਨੂੰ, ਸਾਡੇ ਵਰਗਿਆਂ ਨੂੰ ਮਾਂ-ਬਾਪ ਵਾਲੇ ਬਣਾਇਆ, ਸਾਨੂੰ ਯਤੀਮ ਹੋਣ ਤੋਂ ਬਚਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹੀਦੀ ਪਾਉਣ ਚਲੇ ਗਏ। ਦੋਹਰਾ ਜੇਠਾ ਮਨੀਆ ਆਦ ਸਿੱਖ। ਭਾਈ ਜੇਠਾ ਤੇ ਭਾਈ
ਮਨੀਆ, ਇਹ ਜਿਹੜੇ ਦੋ ਭਰਾ ਸਨ ਰਹੇ ਦਸਮ ਗੁਰ ਪਾਸ। ਇਹ ਗੁਰੂ ਸਾਹਿਬ ਕੋਲ, ਗੁਰੂ ਗੋਬਿੰਦ ਸਿੰਘ ਜੀ ਕੋਲ ਹੈ। ਜੇਠਾ ਸਾਰਿਆਂ ਤੋਂ ਵੱਡਾ ਸੀ, ਮਨੀ ਰਾਮ ਤੀਜੇ ਨੰਬਰ ਤੇ ਸੀ, ਵਿਚਕਾਰਲਾ ਸੀ ਭਾਈ ਦਿਆਲਾ। ਹਾਂਜੀ, ਦਿਆਲਾ ਉਦਾ ਗੈਲ ਗੁਰ। ਭਾਈ ਦਿਆਲਾ ਤੇ ਉਹਦਾ ਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਚਲੇ ਗਏ। ਹਾਂਜੀ, ਗਏ ਖਸ਼ਟ ਸਿੱਖ ਖਾਸ। ਖਾਸ 6 ਸਿੱਖ ਜਿਹੜੇ ਸਨ ਗੁਰੂ ਦੇ ਉਹ ਨਾਲ ਗਏ ਸਨ, ਜਿਨ੍ਹਾਂ ਚੋਂ ਮਤੀ ਦਾਸ, ਸਤੀ ਦਾਸ ਤੇ ਦਿਆਲਾ ਦਿੱਲੀ 'ਚ ਸ਼ਹੀਦ ਹੋਏ ਸਨ, ਤੇ ਬਾਕੀ ਸਿੱਖ ਮਹਾਰਾਜ ਦੇ ਸਰੀਰ ਦੀ ਸੇਵਾ ਕਰਨ ਵਾਸਤੇ ਤੇ ਹੋਰ ਆਲੇ ਦੁਆਲੇ ਦਾ ਖਿਆਲ ਰੱਖਣ ਵਾਸਤੇ ਉੱਥੇ ਰਹੇ ਸਨ। ਹਾਂਜੀ, ਆਯੂ 35 ਬਰਖ ਕੀ। ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਹਾਰਾਜ ਦੇ ਸਿੱਖ ਭਾਈ ਮਨੀ ਸਿੰਘ ਦੀ ਉਮਰ 35 ਸਾਲਾਂ ਦੀ ਸੀ। ਹਾਂਜੀ, ਮਨੀ ਸਿੰਘ ਕੀ ਆਹੇ। ਭਾਈ ਮਨੀ ਸਿੰਘ ਉਦੋਂ 35 ਵਰ੍ਹਿਆਂ ਦੇ ਸਨ। ਲਿਖੇ ਲਿਖਾਏ ਪੋਥੀਆਂ। ਕਹਿੰਦੇ ਭਾਈ ਮਨੀ ਸਿੰਘ ਜੀ ਬਾਣੀ ਦੀਆਂ ਪੋਥੀਆਂ ਲਿਖਦੇ ਸਨ। ਪੋਥੀਆਂ ਲਿਖਣ ਦਾ ਕੰਮ ਜਿਹੜਾ ਸੀ ਉਹਨਾਂ ਦਾ ਲਗਾਤਾਰ ਚੱਲਦਾ ਰਹਿੰਦਾ ਸੀ। ਹਾਂਜੀ, ਮਨ ਮਹਿ ਬਹੁ ਉਸਤਾਹੇ। ਮਨ 'ਚ ਬੜਾ ਉਤਸ਼ਾਹ ਬਾਣੀ ਲਿਖਣ ਦਾ, ਇੰਨੀ ਸੋਹਣੀ ਲਿਖਾਈ ਸੀ। ਅਜੇ ਵੀ ਉਹਨਾਂ ਦੇ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਹਿਬ ਦਾ ਸਰੂਪ ਦਿੱਲੀ ਹਨੂਮਾਨ ਰੋਡ ਤੇ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਹੈ। ਇੰਨੀ ਸੁੰਦਰ ਲਿਖਤ ਹੈ ਨਾ ਦਸਮ ਦੀ ਸਰੂਪ ਦੀ, ਭਾਈ ਮਨੀ ਸਿੰਘ ਦੇ ਹੱਥ ਦਾ ਲਿਖਿਆ ਹੋਇਆ, ਜਿਵੇਂ ਕੰਪਿਊਟਰ ਵੀ ਨਹੀਂ ਲਿਖ ਸਕਦਾ। ਇੰਨੀ ਸੁੰਦਰ ਲਿਖਾਈ ਸੀ ਉਹਨਾਂ ਦੇ ਹੱਥ ਦੀ। ਬਾਣੀ ਦੀਆਂ ਪੋਥੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਹੋਰ ਸੈਂਚੀਆਂ ਬਹੁਤ ਲਿਖਦੇ ਰਹਿੰਦੇ ਸਨ। ਹਾਂਜੀ, ਕਬਿਤ ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ। ਸੇਵਾ ਕਰਦਾ ਰਹਿੰਦਾ ਸੀ ਮਨੀ ਸਿੰਘ ਤੇ ਗੁਰਾਂ ਦੇ ਕੋਲ ਰਹਿੰਦਾ ਸੀ। ਬਾਣੀ ਲਿਖਣ ਦੀ ਸੇਵਾ ਬੜੀ ਵੱਡੀ ਸੇਵਾ ਹੈ, ਇਹ ਕੋਈ ਸੌਖਾ ਕੰਮ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਲਿਖਣਾ ਹੋਵੇ, ਲਗਾਤਾਰ 8 ਘੰਟੇ ਰੋਜ਼ ਲਿਖੀਏ ਤੇ ਸਾਲ ਲੱਗ ਜਾਂਦਾ। ਸੌਖਾ ਕੰਮ ਨਹੀਂ ਹੈ। ਇੱਕ ਸਰੂਪ ਲਿਖਣਾ ਹੋਵੇ 8-9 ਘੰਟੇ ਰੋਜ਼ ਲਿਖੀਏ, ਸਾਲ ਫਿਰ ਵੀ ਲੱਗ ਜਾਂਦਾ, ਕਿਉਂਕਿ ਸਾਰਾ ਦਿਨ ਵਿੱਚ ਮਸੀਂ 5-4 ਪੱਤਰੇ ਲਿਖੇ ਜਾਂਦੇ, ਮਹਾਰਾਜ ਦੇ ਅੰਗ ਲਿਖੇ ਜਾਂਦੇ। ਭਾਈ ਮਨੀ ਸਿੰਘ ਜੀ ਇਸ ਤਰ੍ਹਾਂ ਲਿਖਦੇ ਜਾਂਦੇ ਬਾਣੀ ਦੀ ਪੋਥੀਆਂ। ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ। ਇਹ ਬਾਣੀ ਲਿਖ ਲਿਖ ਕੇ ਪੋਥੀਆਂ ਤਿਆਰ ਕਰ ਕਰਕੇ ਤੇ ਗੁਰਸਿੱਖਾਂ ਨੂੰ ਫਰੀ ਦਿੰਦੇ ਸੀ, ਮਾਇਆ ਨਹੀਂ ਸੀ ਲੈਂਦੇ। ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ। ਬਾਣੀ ਦੀ ਪੋਥੀ ਦਾ ਮੁੱਲ ਨਹੀਂ ਲੈਣਾ, ਮਾਇਆ ਨਹੀਂ ਲੈਣੀ, ਇਦਾਂ ਹੀ ਸੇਵਾ ਕਰਨੀ। ਹਾਂਜੀ, ਪੜ੍ਹਦਾ ਪੜ੍ਹਾਉਂਦਾ ਤੇ ਜਤਾਂਦਾ ਨਹੀਂ ਆਪ ਤਾਈਂ। ਬਾਣੀ ਪੜ੍ਹਦਾ ਸੀ, ਸੰਗਤਾਂ ਨੂੰ, ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਸਿੰਘਾਂ ਨੂੰ ਬਾਣੀ ਦੀ ਸੰਥਿਆ ਦਿੰਦਾ ਸੀ। ਆਪਣੇ ਆਪ ਨੂੰ ਜਤਾਂਦਾ ਨਹੀਂ ਸੀ ਵੀ ਮੈਂ ਕੁਝ ਹਾਂ। ਨਿਮਾਣਾ ਹੋ ਕੇ ਗੁਰੂ ਘਰ 'ਚ ਮਹਾਰਾਜ ਦੀ ਦਰਗਾਹ ਵਿੱਚ ਦਰਗਹਿ ਮਾਣ ਨਿਮਾਣਾ ਪਾਵੇ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ। ਜੇ ਬੰਦਾ ਕਹੇ ਹਾਂ ਮੈਂ ਹੀ ਆ ਸਾਰਾ ਕੁਝ ਵੀ ਨਹੀਂ ਰਹਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਮਾੜੀ ਜੀ ਵੀ ਹਉਮੈ ਆ ਜਾਂਦੀ ਉੱਥੇ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਭਾਈ ਸਾਹਿਬ ਮਨੀ ਸਿੰਘ ਜੀ ਬਾਣੀ ਪੜ੍ਹਦੇ ਨੇ, ਸਿੰਘਾਂ ਨੂੰ ਪੜ੍ਹਾਉਂਦੇ ਨੇ ਤੇ ਆਪਣੇ ਆਪ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਨੇ, ਨਿਮਾਣੇ, ਆਪਣੇ ਆਪ ਨੂੰ ਜਤਾਉਂਦੇ ਨਹੀਂ ਕੁਝ ਵੀ। ਹਾਂਜੀ, ਮਨ ਨੀਵਾ ਮਤ ਉੱਚੀ ਇਹੋ ਦਿਲ ਧਾਰ। ਇਹ ਮਨ ਨੀਵਾ ਤੇ ਮਤ ਉੱਚੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਅਰਦਾਸ 'ਚ ਆਪਾਂ ਬੋਲਦੇ ਆ ਨਾ, ਇਹ ਅੱਜ ਦਾ ਬੋਲਾ ਨਹੀਂ, ਬੜਾ ਪੁਰਾਤਨ ਹੈ। ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ। ਗੁਰੂ ਕੇ ਸਿੱਖਾਂ ਦਾ ਮਨ ਨੀਵਾ ਹੈ ਸਾਰਿਆਂ ਤੋਂ, ਤੇ ਬੁੱਧੀ ਜਿਹੜੀ ਹੈ ਬੜੀ ਉੱਚੀ ਹੈ, ਸੋਚ ਬੜੀ ਉੱਚੀ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੀ। ਹਾਂਜੀ, ਹਠੀ ਤਪੀ ਪੂਰਾ ਸਿੱਖੀ ਸਿਦਕ ਦਾ ਪੁਤਲਾ ਸੀ। ਹਠੀ ਤਪੀ ਜਪੀ ਪੂਰਾ ਸੀ। ਆਪਾਂ ਅਰਦਾਸ ਕਹਿੰਦੇ ਹਠੀਆਂ ਤਪੀਆਂ ਜਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ। ਸਿਦਕ ਦਾ ਪੂਰਾ ਸੀ, ਗੁਰੂ ਤੇ ਪੂਰਾ ਭਰੋਸਾ ਸੀ, ਸਿਦਕ ਸੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ। ਹਾਂਜੀ, ਸਾਖੀਆਂ ਸਿਦਕ ਦੀਆਂ ਕਰਦਾ ਉਚਾਰ। ਇਹ ਉਹ ਸਾਖੀਆਂ ਲਿਖਦਾ ਸੀ ਜਿਨ੍ਹਾਂ ਨੂੰ ਪੜ੍ਹ ਕੇ ਸਿੱਖੀ ਦਾ ਸਿਦਕ ਵਧੇ, ਵਿਸ਼ਵਾਸ ਵਧੇ, ਗੁਰੂ ਪ੍ਰਤੀ ਪਿਆਰ ਵਧੇ। ਭਾਈ ਮਨੀ ਸਿੰਘ ਦੀ ਪੋਥੀ ਸਿੱਖਾਂ ਦੀ ਭਗਤ ਮਾਲ ਪੜ੍ਹ ਲਓ ਤੁਸੀਂ, ਇੰਨਾ ਗੁਰੂ ਦਾ ਪਿਆਰ ਹੈ, ਇੰਨਾ ਕੁਝ ਸਮੁੰਦਰ ਬੰਦ ਕੀਤਾ ਹੋਇਆ, ਬਹੁਤ ਗਿਆਨ ਹੈ ਉਸ ਪੋਥੀ ਵਿੱਚ। ਤੇ ਭਾਈ ਵੀਰ ਸਿੰਘ ਜੀ ਨੇ ਖਾਲਸਾ ਸਮਾਚਾਰ ਤੋਂ ਛਪਵਾਈ ਹੋਈ। ਹੁਣ ਤਾਂ ਕਈ ਗੁਰਮੁਖਾਂ ਨੇ, ਪਟਿਆਲਾ ਯੂਨੀਵਰਸਿਟੀ ਨੇ ਵੀ ਛਾਪ ਦਿੱਤੀ, ਹੋਰ ਵੀ ਕਿਤੋਂ ਮਿਲ ਜਾਂਦੀ ਹੈ, ਪਰ ਪਹਿਲਾਂ ਭਾਈ ਵੀਰ ਸਿੰਘ ਨੇ ਛਾਪੀ ਸੀ, ਅੱਜ ਤੋਂ 100 ਸਾਲ ਪਹਿਲਾਂ। ਉਹ ਪੋਥੀ ਪੜ੍ਹੋ। ਉਹਦਾ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਆਪਣੀ ਕਾਵਿ ਵਿੱਚ ਵੀ ਅਨੁਵਾਦ ਕੀਤਾ ਹੋਇਆ। ਇਹੋ ਜਿਹੀ ਸੁੰਦਰ ਪੋਥੀ, ਹੋਰ ਵੀ ਬੜੀਆਂ ਸਾਖੀਆਂ
ਭਾਈ ਮਨੀ ਸਿੰਘ ਜੀ ਸੰਗਤਾਂ ਨੂੰ ਸੁਣਾਇਆ ਕਰਦੇ। ਗੁਰੂ ਨਾਨਕ ਸਾਹਿਬ ਦੀ ਇੱਕ ਜਨਮ ਸਾਖੀ ਵੀ ਉਹਨਾਂ ਨੇ ਲਿਖੀ ਹੈ। ਭਾਈ ਮਨੀ ਸਿੰਘ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਟੀਕਾ ਕੀਤਾ ਹੈ। ਹਾਂਜੀ। ਸੇਵਾ ਹਰੀ ਇਵੈ ਕਿਵੈ ਬੀਤ ਗਏ ਬਰਖ ਕਈ। ਭਾਈ ਸੇਵਾ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਈ ਸਾਲ ਬੀਤ ਗਏ। ਭਾਈ ਮਨੀ ਸਿੰਘ ਆਨੰਦਪੁਰ ਰਹਿੰਦੇ ਰਹੇ ਤੇ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਸਿੱਖੀ ਦਾ ਪ੍ਰਚਾਰ, ਗੁਰਬਾਣੀ ਦੀ ਸੰਥਿਆ ਦੇਣੀ, ਗੁਰਬਾਣੀ ਦੀ ਕਥਾ ਸਿਖਾਣੀ। ਹਾਂਜੀ। ਯੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਇਹ। ਕੱਲਾ ਬਾਣੀ ਪੜ੍ਹਨ ਜੋਗਾ ਨਹੀਂ ਸੀ, ਯੁੱਧ ਕਰਨ ਵਿੱਚ ਵੀ ਬੜਾ ਹੁਸ਼ਿਆਰ ਸੀ। ਕਿਉਂਕਿ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਉਹ ਮਹਾਰਾਜ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ, ਯੋਧੇ ਸਨ, ਖਾਨਦਾਨੀ ਰਾਜਪੂਤ ਲੜਾਕੇ ਸਨ, ਪਿੱਛੋਂ ਹੀ ਚਲੇ ਆ ਰਹੀ ਸੀ ਦਾਦੇ ਪੜਦਾਦਿਆਂ ਤੋਂ। ਇਸ ਕਰਕੇ ਇਹ ਯੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਹੈ। ਯੁੱਧ ਵਿੱਚ ਬੜਾ ਤਿਆਰ ਬਰ ਤਿਆਰ ਯੋਧਾ ਵੀ ਸੀ ਭਾਈ ਮਨੀ ਸਿੰਘ। ਅੱਗੇ ਉਹਦੇ ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਅਜਬ ਸਿੰਘ, ਸਾਰੇ ਹੀ ਲੜਾਕੇ ਸਨ, ਯੋਧੇ ਸਨ। ਹਾਂਜੀ। ਦੋਹਰਾ ਦੇਸ ਚਾਲ ਕਰ ਪਾਵਟੇ। ਫਿਰ ਕੀ ਹੋਇਆ? ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਪੌਂਟਾ ਸਾਹਿਬ ਚਲੇ ਗਏ। ਬਚਿੱਤਰ ਨਾਟਕ ਵਿੱਚ 10ਵੇਂ ਪਾਤਸ਼ਾਹ ਆਪਣੀ ਕਥਾ ਲਿਖਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਲਿੰਦਰੀ ਤਟ ਕਰੇ ਬਿਲਾਸਾ। ਕਲਿੰਦਰੀ ਜਮਨਾ ਨੂੰ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਰਾਜ ਵਿੱਚ ਆਓ, ਸਾਡੇ ਰਾਜ ਵਿੱਚ ਚਰਨ ਪਾਓ। 10ਵੇਂ ਪਾਤਸ਼ਾਹ ਆਪਣੀ ਮਾਤਾ ਜੀ ਨੂੰ, ਮਾਤਾ ਗੁਜਰੀ ਜੀ ਸਾਰੇ ਪਰਿਵਾਰ ਨੂੰ ਲੈ ਕੇ ਸ੍ਰੀ ਪੌਂਟਾ ਸਾਹਿਬ ਚਲੇ ਗਏ। ਪਹਿਲਾਂ 8 ਮਹੀਨੇ ਨਾਨ ਰਹੇ ਨੇ ਮਹਾਰਾਜ। 8 ਮਹੀਨੇ ਨਾਨ ਰਹਿ ਕੇ ਤੇ ਫਿਰ ਮਹਾਰਾਜ ਨੇ ਪੌਂਟੇ ਵਾਲੀ ਜਗ੍ਹਾ ਪਸੰਦ ਕੀਤੀ ਤੇ ਉੱਥੇ ਪਾਮ ਟਿਕਿਆ ਤੇ ਜਗ੍ਹਾ ਦਾ ਨਾਮ ਸ੍ਰੀ ਪੌਂਟਾ ਸਾਹਿਬ। ਪਾਮ ਟਿਕਾ ਗੁਰੂ ਦਾ। ਘੋੜੇ ਨੇ ਉੱਥੇ ਆ ਕੇ ਮਹਾਰਾਜ ਨੇ ਪੈਰ ਟਿਕਾਤਾ, ਅੱਗੇ ਨਹੀਂ ਜਾਂਦਾ। ਮਹਾਰਾਜ ਕਹਿੰਦੇ ਇੱਥੇ ਹੀ ਬਣਾ ਦਿਓ ਫਿਰ ਪੌਂਟਾ ਸਾਹਿਬ। ਉੱਥੇ ਮਹਾਰਾਜ ਨੇ ਪੌਂਟਾ ਸਾਹਿਬ ਵਸਾ ਦਿੱਤਾ। ਗਏ ਜਮਨਾ ਕੇ ਤੀਰ। ਜਮਨਾ ਦੇ ਕੰਢੇ ਤੇ ਪੌਂਟਾ ਸਾਹਿਬ ਸੋਹਣਾ ਨਗਰ ਵਸ ਗਿਆ। ਮਹਿਲ ਬਣਾਏ ਰਹਿਣੇ ਲਗੇ। ਉੱਥੇ ਮਹਿਲ ਬਣਾ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿਣ ਲੱਗੇ। ਕਹਿੰਦੇ 12 ਦਿਨਾਂ 'ਚ ਕਿਲ੍ਹਾ ਤਿਆਰ ਕਰਤਾ ਸੀ ਸਿੱਖਾਂ ਨੇ। 12 ਦਿਨਾਂ ਵਿੱਚ ਪੱਥਰ ਲਿਆ ਕੇ ਨਾ ਪੌਂਟਾ ਸਾਹਿਬ ਉਹ ਬਿਲਡਿੰਗ, ਗੁਰੂ ਸਾਹਿਬ ਦੇ ਰਹਿਣ ਵਾਸਤੇ ਘਰ, ਦੀਵਾਨ ਲਾਉਣ ਵਾਸਤੇ ਗੁਰਦੁਆਰਾ, ਲੰਗਰ ਵਰਤਾਉਣ ਵਾਸਤੇ ਲੰਗਰ ਹਾਲ, ਤੇ ਸਿੱਖਾਂ ਦੇ ਰਹਿਣ ਵਾਸਤੇ, ਫੌਜਾਂ ਦੇ ਰਹਿਣ ਵਾਸਤੇ, ਘੋੜੇ ਬੰਨ੍ਹਣ ਵਾਸਤੇ, ਜਿੰਨਾ ਕੁ ਕਰ ਸਕਦੇ ਸੀ ਨਾ ਆਲੇ ਦੁਆਲੇ ਜਮਨਾ ਦੇ ਕੰਢੇ ਤੇ ਮਹਾਰਾਜ ਸਾਹਿਬ ਨੇ ਰੌਣਕਾਂ ਲਾਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੌਂਟਾ ਸ਼ਹਿਰ ਵਸਾ ਦਿੱਤਾ। ਹਾਂਜੀ। ਸ੍ਰੀ ਕਲਗੀਧਰ ਪੀਰ। ਕਲਗੀਧਰ ਪੀਰਾਂ ਦੇ ਪੀਰ 10ਵੇਂ ਪਾਤਸ਼ਾਹ ਦੀ ਲੀਲਾ ਹੀ ਨਿਆਰੀ ਸੀ, ਹਰ ਕੰਮ ਹੀ ਵੱਖਰਾ ਸੀਗਾ। ਪੌਂਟੇ ਸਾਹਿਬ ਜਾ ਕੇ ਮਹਾਰਾਜ ਨੇ ਉੱਥੇ ਲੀਲਾ ਰਚਾ ਦਿੱਤੀ। ਭਾਈ ਮਨੀ ਸਿੰਘ ਨਾਲ ਚਲੇ ਗਏ। ਹਾਂਜੀ। ਬਰਖ 3 ਬੀਤੇ ਜਬੀ। ਉੱਥੇ 3 ਸਾਲ ਭਾਈ ਮਨੀ ਸਿੰਘ ਗੁਰੂ ਸਾਹਿਬ ਦੇ ਕੋਲ ਰਹੇ। ਬਾਣੀ ਮਹਾਰਾਜ 10ਵੇਂ ਪਾਤਸ਼ਾਹ ਉਚਾਰਦੇ ਸੀ, ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਹੋਰ ਵੀ ਬੜੀ ਬਾਣੀ ਉੱਥੇ, ਕ੍ਰਿਸ਼ਨਾ ਅਵਤਾਰ। ਜਦੋਂ ਮਹਾਰਾਜ ਬੋਲਦੇ ਭਾਈ ਮਨੀ ਸਿੰਘ ਲਿਖੀ ਜਾਂਦੇ। ਇੱਕ ਦਿਨ ਮਹਾਰਾਜ ਅਕਾਲ ਉਸਤਤ ਲਿਖਦੇ, ਜਲਸ ਤੋਂ ਹੀ, ਥਲਸ ਤੋਂ ਹੀ, ਬਿਰਛਸ ਤੋਂ ਹੀ, ਪਤਸ ਤੋਂ ਹੀ, ਅਰਦਸ ਤੋਂ ਹੀ, ਉਰਦਸ ਤੋਂ ਹੀ, ਜਿਮੀ ਤੋਂ ਹੀ, ਜਮਾਂ ਤੋਂ ਹੀ, ਮਕੀਨ ਤੋਂ ਹੀ, ਮਕਾਨ ਤੋਂ ਹੀ, ਤੇ ਮਨੀ ਸਿੰਘ ਲਿਖੀ ਜਾਂਦੇ। ਤੇ ਮਹਾਰਾਜ ਦੀ ਲੱਗੀ ਸੁਰਤੀ, ਮਹਾਰਾਜ ਕਹਿੰਦੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਇਹੋ ਜਿਹੇ ਧਿਆਨ 'ਚ ਮਗਨ ਹੋਏ। 16 ਪੱਤਰੇ ਭਾਈ ਮਨੀ ਸਿੰਘ ਲਿਖੀ ਗਿਆ ਨਾਲ ਨਾਲ, ਤੂੰ ਹੀ ਤੂੰ ਹੀ ਤੂੰ ਹੀ ਤੂੰ। ਜਦੋਂ ਮਹਾਰਾਜ ਨੇਤਰ ਖੋਲ੍ਹੇ, ਕਹਿੰਦੇ ਭਾਈ ਸਾਹਿਬ ਕਿੰਨੇ ਲਿਖ ਦਿੱਤੇ? ਕਹਿੰਦੇ ਜੀ 16 ਪੱਤਰਿਆਂ ਤੇ ਸਿਰਫ ਤੂੰ ਹੀ ਲਿਖਿਆ ਗਿਆ। ਮਹਾਰਾਜ ਕਹਿੰਦੇ 16 ਵਾਰੀ ਰਹਿਣ ਦਿਓ, ਬਾਕੀ ਸਮੇਟ ਦਿਓ। ਉੱਥੇ 16 ਵਾਰੀ ਇਕੱਠੇ ਆਉਂਦਾ, ਤੂੰ ਹੀ 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 ਤੂੰ ਹੀ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਭਾਈ ਮਨੀ ਸਿੰਘ ਤੋਂ ਪੌਂਟੇ ਸਾਹਿਬ, ਜਿੱਥੇ ਅੱਜ ਕੱਲ੍ਹ ਕਵੀ ਦਰਬਾਰ ਹੈ, ਗੁਰਦੁਆਰਾ ਪੌਂਟਾ ਸਾਹਿਬ ਦੇ ਪਿੱਛੇ ਜਮਨਾ ਦੇ ਕੰਢੇ ਤੇ ਕਵੀ ਦਰਬਾਰ ਹੈ। ਜਮਨਾ ਰੌਲਾ ਪਾਉਂਦੀ ਸੀ ਤੇ ਮਹਾਰਾਜ ਕਹਿਣ ਲੱਗੇ, ਜਮਨਾ ਇੱਥੇ ਰੌਲਾ ਨਾ ਪਾਇਆ ਕਰ। ਅੱਜ ਵੀ ਜਮਨਾ ਉੱਥੇ ਸ਼ਾਂਤ ਚੱਲਦੀ, ਉੱਥੇ ਆਵਾਜ਼ ਨਹੀਂ ਆਉਂਦੀ। ਮੀਲ 2 ਮੀਲ ਪਿੱਛੇ ਚਲੇ ਜਾਓ, ਬੜਾ ਰੌਲਾ ਪਾ ਰਹੀ ਹੈ। ਮੀਲ 2 ਮੀਲ ਅੱਗੇ ਜਾ ਬੜਾ ਰੌਲਾ ਪਾਉਂਦਾ, ਪਾਣੀ ਛਾਂ ਕਰਦਾ। ਉੱਥੇ ਸ਼ਾਂਤ ਹੋ ਕੇ ਜਿਵੇਂ ਹੁਣ ਹੈ ਹੀ ਨਹੀਂ, ਇੱਦਾਂ ਉੱਥੇ ਮਹਾਰਾਜ 10ਵੇਂ ਪਾਤਸ਼ਾਹ ਕਲਾ ਵਰਤਾਈ ਸੀ। ਹਾਂਜੀ।
ਪੁਰੀ ਪਾਵਟੇ ਮਾਹੇ ਪੂਰੀ ਪਾਉਂਟੇ ਆਨੰਦਪੁਰ ਪਾਉਂਟਾ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਕਲਗੀਧਰ ਬੜੇ ਕੌਤਕ ਕੀਤੇ, ਬੜੀਆਂ ਮਿਹਰਾਂ ਵਰਸਾਈਆਂ। ਹਾਂਜੀ, ਗਾਥਾ ਅੱਗੇ ਜਿਮ ਭਈ। ਉਸ ਤੋਂ ਅੱਗੇ ਹੁਣ ਮਨੀ ਸਿੰਘ ਦੀ ਕਿਉਂ ਕਥਾ ਚੱਲ ਰਹੀ, ਗੁਰੂ ਸਾਹਿਬ ਦੇ ਨਾਲ ਭਾਈ ਮਨੀ ਸਿੰਘ ਕੀ ਕਰਦੇ ਰਹੇ ਉਹ ਕਥਾ ਲਿਖ ਰਹੇ ਨਾ, ਇਸ ਕਰਕੇ ਕਹਿੰਦੇ ਹੁਣ ਅੱਗੇ ਸੁਣੋ। ਦੂਨ ਦੇਸ ਕੀ ਆਹੇ। ਇਹ ਦੂਣ ਦੇਸ਼ ਨੂੰ ਡੇਰਾ ਦੂਣ ਵੀ ਕਹਿੰਦੇ ਨੇ। ਬਾਬਾ ਰਾਮ ਰਾਏ ਜੀ ਗੁਰੂ ਮਹਾਰਾਜ ਦੇ, ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾਤਾ ਸਨ। ਉਹਨਾਂ ਨੇ ਉਹ ਡੇਰਾ ਜਿਹੜਾ ਸੀ ਡੇਰਾ ਦੂਣ ਬਾਬਾ ਰਾਮ ਰਾਏ ਜੀ ਨੇ ਬਣਾਇਆ ਸੀ। ਹਾਂਜੀ, ਦਵਈਆ ਦਸਮ ਗੁਰੂ ਕੋ ਬੀਚ ਪਾਵਟੇ। ਪੌਂਟੇ ਸਾਹਿਬ 'ਚ 10ਵੇਂ ਪਾਤਸ਼ਾਹ ਬੈਠੇ ਹੋਏ ਹਨ। 3 ਬਰਖ ਇਵ ਬੀਤੇ। 3 ਸਾਲ ਬੀਤ ਗਏ ਨੇ ਮਹਾਰਾਜ 1684 ਦੇ ਵਿੱਚ ਉੱਥੇ ਪਹੁੰਚੇ ਸੀਗੇ ਤੇ 87 ਦੇ ਸਤੰਬਰ ਦੇ ਮਹੀਨੇ ਦੀ ਘਟਨਾ ਵਾਪਰੀ ਹੈ। ਰੋਜ਼ ਰੀਛ ਔ ਸਿੰਘ ਘਨੇ। ਮਹਾਰਾਜ ਨੇ ਇੱਥੇ ਬੜਾ ਸ਼ਿਕਾਰ ਖੇਡਿਆ। ਗੁਰੂ ਸਾਹਿਬ ਇੱਥੇ ਮਹਾਰਾਜ ਲਿਖਦੇ ਤੈਂ ਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਛ ਬਹੁ ਭਾਂਤ ਸੰਘਾਰੇ। ਉੱਥੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਸ਼ਿਕਾਰ ਖੇਡਿਆ, ਬੜੇ ਬੜੇ ਜੰਗਲੀ ਜਾਨਵਰਾਂ ਦਾ, ਖੂੰਖਾਰ ਸ਼ੇਰਾਂ ਦਾ, ਚੀਤਿਆਂ ਦਾ, ਰਿੱਛਾਂ ਦਾ, ਰੋਜ਼ਾਂ ਦਾ ਸ਼ਿਕਾਰ ਮਹਾਰਾਜ ਪੌਂਟੇ ਸਾਹਿਬ ਖੇਡਿਆ ਹੈ। ਹਾਂਜੀ, ਗੁਰ ਮਾਰ ਮੁਕਾਏ ਚੀਤੇ। ਮਹਾਰਾਜ ਨੇ ਚੀਤੇ ਸ਼ੇਰ ਮਾਰ ਮੁਕਾਏ, ਬੜੇ ਜੰਗਲੀ ਉੱਥੇ ਉਹ ਥਾਵਾਂ ਬਣੀ। ਹੁਣ ਤਾਂ ਗੁਰਦੁਆਰੇ ਤਾਂ ਸਭ ਥਾਵਾਂ ਤੇ ਬਣ ਨਹੀਂ ਨਾ ਸਕਦੇ, ਕੁਝ ਥਾਵਾਂ ਤੇ ਜਿਵੇਂ ਜਿੱਥੇ ਸ਼ੇਰ ਮਾਰਿਆ ਉੱਥੇ ਸ਼ੇਰਗਾਹ ਹੈ। ਤੇ ਉੱਥੇ ਜਿਹੜੇ ਪੁਰਾਣੇ ਸਿੰਘ, ਇੱਕ ਨਿਹੰਗ ਸਿੰਘ ਬਾਬਾ ਗੜਗੱਜ ਸਿੰਘ, ਹੁਣ ਵੀ ਉੱਥੇ ਰਾਗੀ ਗੜਗੱਜ ਸਿੰਘ ਰਹਿੰਦੇ ਆ, ਉਹ ਉੱਥੇ ਪਿੰਡਾਂ 'ਚ ਬੜੇ ਫਿਰੇ ਹੋਏ। ਉਹ ਦਾਸ ਨੂੰ ਦੱਸਦੇ ਹੁੰਦੇ ਇੱਥੇ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕੀਤਾ, ਇੱਥੇ ਮਹਾਰਾਜ ਨੇ ਚੀਤਾ ਮਾਰਿਆ, ਇੱਥੇ ਰਿੱਛ ਉਹ ਪੱਥਰਾਂ ਦੇ ਉੱਤੇ ਉੱਥੇ ਲੋਕਾਂ ਨੇ ਪੱਥਰ ਵਗੈਰਾ ਰੱਖੇ ਹੋਏ ਨਿਸ਼ਾਨੀਆਂ ਵੀ ਇੱਥੇ ਮਹਾਰਾਜ ਆਹ ਕੌਤਕ ਕੀਤਾ। ਪਰ ਗੁਰਦੁਆਰੇ ਨਹੀਂ ਬਣ ਸਕ, ਗੁਰਦੁਆਰੇ ਉੱਧਰ ਕਿੰਨੇ ਕੁ ਬਣਾਈਏ, ਇੰਨੀ ਥਾਵਾਂ ਤੇ ਮਹਾਰਾਜ ਚਰਨ ਪਾਏ, ਜੰਗਲਾਂ ਵਿੱਚ ਥਾਂ ਥਾਂ ਤੇ ਮਹਾਰਾਜ ਕਹਿੰਦੇ ਤੈਂ ਕੇ ਸਿੰਘ ਘਨੇ ਚੁਣ ਮਾਰੇ। ਉੱਥੋਂ ਦੇ ਸ਼ੇਰ ਚੁਣ ਚੁਣ ਕੇ ਮਾਰੇ ਤੇ ਰੋਜ਼ ਰੀਛ ਬਹੁ ਭਾਂਤ ਬਿਦਾਰੇ, ਭਾਂਤ ਭਾਂਤ ਬਨ ਖੇਲ ਸ਼ਿਕਾਰਾ, ਤੇ ਮਾਰੇ ਰੋਜ਼ ਰੀਛ ਚੰਖਾਰਾ। ਇਸ ਤਰ੍ਹਾਂ ਮਹਾਰਾਜ ਸਾਹਿਬ 10ਵੇਂ ਪਾਤਸ਼ਾਹ ਜੀ ਨੇ ਇਹ ਕੌਤਕ ਕੀਤੇ ਹਨ। ਦੂਨੋ ਸ੍ਰੀ ਪੰਜਾਬੋ ਪਾਤੀ। ਉਦੋਂ ਦੇਹਰਾਦੂਨ ਤੋਂ ਇੱਕ ਚਿੱਠੀ ਆਈ ਹੈ, ਸਤਿਗੁਰ ਵੱਲ ਲਿਖਾਈ। ਮਾਤਾ ਪੰਜਾਬ ਕੌਰ ਜੀ ਨੇ ਚਿੱਠੀ ਭੇਜੀ। ਮਾਤਾ ਪੰਜਾਬ ਕੌਰ ਕੌਣ ਸਨ? ਬਾਬਾ ਰਾਮ ਰਾਏ ਜੀ ਦੀ ਧਰਮ ਪਤਨੀ, ਗੁਰੂ ਹਰਿਰਾਏ ਸਾਹਿਬ ਦੀ ਨੂੰਹ ਸੀਗੀ। ਬਾਬਾ ਰਾਮ ਰਾਏ ਜੀ ਦੇ 4 ਵਿਆਹ ਹੋਏ ਸਨ। ਮਾਤਾ ਰਾਜ ਕੌਰ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਲੜਕੀ ਜੀ, ਮਾਤਾ ਲਾਲ ਕੌਰ ਜੀ। ਜਿਨ੍ਹਾਂ 'ਚੋਂ ਮਾਤਾ ਰਾਜ ਕੌਰ ਜੀ ਬਾਬਾ ਰਾਮ ਰਾਏ ਜੀ ਨਾਲ ਉਦੋਂ ਨਾਰਾਜ਼ ਹੋ ਗਏ ਸਨ ਵੀ ਜਦੋਂ ਉਹਨਾਂ ਨੇ ਬਾਣੀ ਦੀ ਪੰਕਤੀ ਬਦਲ ਦਿੱਤੀ ਸੀ, ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਪੜ੍ਹਤਾ ਸੀ। ਤੇ ਮਾਤਾ ਰਾਜ ਕੌਰ ਜੀ ਨਾਰਾਜ਼ ਹੋ ਕੇ ਅੰਬਾਲੇ ਦੇ ਚੰਡੀਗੜ੍ਹ ਪੰਚਕੂਲੇ ਦੇ ਲਾਗੇ ਇੱਕ ਪਿੰਡ ਹੈ ਮਨੀ ਮਾਜਰੇ ਆ ਗਏ। ਉੱਥੇ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ ਬਣਿਆ ਹੋਇਆ। ਉੱਥੇ ਮਾਤਾ ਜੀ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਸਨ, ਸੰਗਤਾਂ ਮੰਨਦੀ। ਉੱਥੇ ਮਾਤਾ ਜੀ ਦਾ ਬੜਾ ਜੋ ਬਚਨ ਮੂੰਹ ਤੋਂ ਕੱਢਦੇ ਸੀ ਮਾਤਾ ਰਾਜ ਕੌਰ ਜੀ, ਉਹ ਵੀ ਪੂਰਾ। ਗੁਰੂ ਹਰਿਰਾਏ ਸਾਹਿਬ ਦੀ ਨੂੰਹ ਸੀ ਤੇ ਬਾਬਾ ਰਾਮ ਰਾਏ ਜੀ ਦੀ ਧਰਮ ਪਤਨੀ ਸੀ। ਦੂਜੀ ਫਿਰ ਵੱਡੀ ਬਣ ਗਈ ਪੰਜਾਬ ਕੌਰ। ਪੰਜਾਬ ਕੌਰ ਦੀ ਚਿੱਠੀ ਆਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ। ਹਾਂਜੀ, ਹੇ ਬਾਬਾ ਜੀ ਮੋਰ ਪਤੀ ਜੇ। ਮਾਤਾ ਪੰਜਾਬ ਕੌਰ ਨੇ ਚਿੱਠੀ 'ਚ ਕੀ ਲਿਖਿਆ? ਬੜੀ ਦੁੱਖ ਦੀ ਖਬਰ ਲਿਖੀ ਹੈ। ਹੇ ਬਾਬਾ ਜੀ, ਹੇ ਚਾਚਾ ਜੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਰਾਮ ਰਾਏ ਦੇ ਚਾਚਾ ਜੀ ਲੱਗਦੇ ਸਨ ਤੇ ਉਹ ਮਹਾਰਾਜ ਦੀ ਭਤੀਜੇ ਨੂੰ ਲੱਗਦੀ ਸੀ। ਕਹਿੰਦੀ ਚਾਚਾ ਜੀ ਮੇਰੇ ਪਤੀ ਬਾਬਾ ਰਾਮ ਰਾਏ ਜੀ ਨੂੰ ਹਾਂਜੀ ਗਏ ਪਰਲੋਕ ਸਿਧਾਈ। ਮਸੰਦਾਂ ਨੇ ਜਿਉਂਦੇ ਸਾੜ ਦਿੱਤਾ। ਬਾਬਾ ਰਾਮ ਰਾਏ ਜੀ ਉਹਨਾਂ ਨੂੰ ਕਿਸੇ ਬਾਹਰ ਦੇਸ਼ ਵਿੱਚ ਕਿਸੇ ਸਿੱਖ ਨੇ ਯਾਦ ਕੀਤਾ ਵੀ ਮੇਰੇ ਤੇ ਮੁਸੀਬਤ ਪੈ ਗਈ ਹੈ ਤੇ ਬਾਬਾ ਜੀ ਮੇਰੀ ਸਹਾਇਤਾ ਕਰੋ। ਤੇ ਬਾਬਾ ਜੀ ਆਪਣੀ ਧਰਮ ਪਤਨੀ ਪੰਜਾਬ ਕੌਰ ਨੂੰ ਕਹਿੰਦੇ, ਪੰਜਾਬ ਕੌਰੇ ਅਸੀਂ ਆਪਣਾ ਸਰੀਰ ਛੱਡ ਕੇ ਜਾ ਰਹੇ ਹਾਂ। ਉਹ ਕਮਰਾ ਵੀ ਮੌਜੂਦ ਹੈ, ਹੁਣ ਅਜੇ ਵੀ ਉਹ ਕਮਰਾ 300 ਸਾਲ ਪੁਰਾਣਾ ਖੜਾ ਜਿਹਦੇ 'ਚ ਬਾਬਾ ਜੀ ਆਪਣਾ ਸਰੀਰ ਛੱਡ ਕੇ ਗਏ। ਕਹਿੰਦੇ ਅਸੀਂ ਜਾ ਰਹੇ ਹਾਂ, ਜਦੋਂ ਉਸ ਕਾਰਜ ਸਿੱਖ ਦਾ ਹੋ ਜਾਏਗਾ ਅਸੀਂ ਵਾਪਸ ਸਰੀਰ 'ਚ ਆ ਜਾਵਾਂਗੇ। 1 ਦਿਨ 2 ਦਿਨ ਹਫ਼ਤਾ ਵੀ ਲੱਗ ਸਕਦਾ।
ਇਹ ਸਿੱਧੀ ਹੁੰਦੀ ਸੀ ਮਹਾਂਪੁਰਸ਼ਾਂ ਕੋਲ, ਆਮ ਗੱਲ ਸੀ। ਇਹ ਤੇ ਕਈ ਲੋਕ ਮੇਰੇ ਵਰਗੇ ਕਹਿੰਦੇ ਵੀ ਜੋ ਮੈਂ ਕਰ ਸਕਦਾ ਉਸ ਤੋਂ ਪਰੇ ਕੁਝ ਹੈ ਹੀ ਨਹੀਂ। ਪਰ ਸਾਧ ਸੰਗਤ ਜੀ, ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਅਵਸਥਾ ਹੁੰਦੀ ਹੈ। ਮਹਾਂਪੁਰਸ਼ਾਂ ਦੀਆਂ ਗੱਲਾਂ ਵੱਡੀਆਂ ਹੁੰਦੀਆਂ। ਬਾਬਾ ਰਾਮ ਰਾਏ ਜੀ ਕਹਿੰਦੇ, ਪੰਜਾਬ ਕੋਰੇ ਅਸੀਂ ਭਾਵੇਂ ਹਫ਼ਤੇ ਨੂੰ ਆਈਏ, ਭਾਵੇਂ 2 ਦਿਨਾਂ ਨੂੰ ਆਈਏ, ਸਾਡੇ ਸਰੀਰ ਨੂੰ ਹੱਥ ਨਹੀਂ ਕਿਸੇ ਦਾ ਲੱਗਣਾ ਚਾਹੀਦਾ। ਤੂੰ ਖਿਆਲ ਰੱਖੀ। ਆਪਣਾ ਸਰੀਰ ਛੱਡ ਕੇ ਚਲੇ ਗਏ। ਇੱਧਰ ਮਸੰਦ ਗੁਰਬਖਸ਼ ਤੇ ਉਹਦੇ ਨਾਲ ਦੇ ਮਸੰਦਾਂ ਨੇ ਰੌਲਾ ਪਾ ਲਿਆ ਕਿ ਬਾਬਾ ਜੀ ਦੇ ਚਲਾਣਾ ਕਰ ਗਏ ਨੇ, ਸੰਸਕਾਰ ਕਰੋ। ਮਾਈ ਪੰਜਾਬ ਕੌਰ ਨੇ ਕਿਹਾ ਨਹੀਂ, ਉਹ ਚਲਾਣਾ ਨਹੀਂ ਕਰ ਗਏ, ਮੈਨੂੰ ਕਹਿ ਗਏ ਉਹ ਵਾਪਸ ਆਉਣਗੇ। ਕਹਿੰਦੇ ਉਹਨਾਂ ਮਸੰਦਾਂ ਨੇ ਮਸੀਂ 24 ਘੰਟੇ ਕਹਿੰਦੇ ਕੱਟੇ। ਫਿਰ ਤੇ ਬਹੁਤ ਇਕੱਠੇ ਹੋ ਗਏ ਸਾਰੇ ਕਿ ਬਾਬਾ ਜੀ ਦਾ ਸਰੀਰ ਖਰਾਬ ਹੋ ਜਾਏਗਾ। ਉਹ ਕਹਿੰਦੀ ਖਰਾਬ ਨਹੀਂ, ਉਹ ਜਿਉਂਦੇ ਨੇ, ਉਹਨਾਂ ਨੇ ਆਉਣਾ, ਸਰੀਰ ਛੱਡ ਕੇ ਗਏ ਨੇ, ਆ ਜਾਣਗੇ। ਕਿਉਂਕਿ ਸਾਧਨਾ ਇੱਕ ਹੁੰਦੀ ਹੈ ਸਰੀਰ ਤੋਂ ਬਾਹਰ ਜਾਣ ਦੀ ਤੇ ਆਉਣ ਦੀ। ਇਹ ਯੋਗ ਦੀ ਕਿਰਿਆ ਹੈ, ਮਹਾਂਪੁਰਸ਼ਾਂ ਦੇ ਕੋਲ, ਅਭਿਆਸੀਆਂ ਕੋਲ ਆਮ ਹੁੰਦੀ ਹੈ। ਤੇ ਤੁਸੀਂ ਇਹ ਗੱਲ, ਉਹਨਾਂ ਨੇ ਬਾਬਾ ਜੀ ਦਾ ਜ਼ਬਰਦਸਤੀ ਸਰੀਰ ਕੱਢ ਲਿਆ, ਚਿਤਾ ਤਿਆਰ ਕੀਤੀ, ਉੱਤੇ ਰੱਖ ਕੇ ਅੱਗ ਲਾ ਦਿੱਤੀ। ਬਾਬਾ ਰਾਮ ਰਾਜ ਨੂੰ ਪਤਾ ਲੱਗ ਗਿਆ। ਆਏ ਜਦੋਂ, ਅੱਧਾ ਸਰੀਰ ਸੜ ਚੁੱਕਾ ਸੀਗਾ, ਅੱਧਾ ਸਰੀਰ ਸੜ ਚੁੱਕਾ। ਆਕਾਸ਼ਬਾਣੀ ਤੋਂ ਬਾਬਾ ਰਾਮ ਰਾਏ ਜੀ ਆਪਣੀ ਧਰਮ ਪਤਨੀ ਪੰਜਾਬ ਕੌਰ ਨੂੰ ਕਹਿੰਦੇ, ਪੰਜਾਬ ਕੌਰੇ ਹੁਣ ਅਸੀਂ ਇਹ ਸਰੀਰ ਸੜੇ ਹੋਏ 'ਚ ਨਹੀਂ ਆ ਸਕਦੇ। ਇਹਨਾਂ ਦੁਸ਼ਟਾਂ ਨੇ ਇਹਨਾਂ ਦੀ ਮੱਤ ਮਾਰੀ ਗਈ ਹੈ, ਇਹਨਾਂ ਦਾ ਅੰਤ ਸਮਾਂ ਆ ਗਿਆ। ਇਹ ਹੁਣ ਮਸੰਦ ਖਤਮ ਹੋਣਗੇ। ਤੂੰ ਮਹਾਰਾਜ 10ਵੇਂ ਪਾਤਸ਼ਾਹ ਮੇਰੇ ਚਾਚਾ ਜੀ ਪੌਂਟਾ ਸਾਹਿਬ ਬੈਠੇ, ਉਹਨਾਂ ਨੂੰ ਬੇਨਤੀ ਕਰ ਕਿ ਉਹ ਆ ਕੇ ਇਹਨਾਂ ਨੂੰ ਸੋਧਾ ਲਾਉਣ। ਕਿਉਂਕਿ ਬਾਬਾ ਰਾਮ ਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੰਥ 'ਚੋਂ ਛੇਕ ਦਿੱਤਾ ਸੀ ਤੇ ਬਾਬਾ ਰਾਮ ਰਾਏ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ। ਪਰ ਉਹਨਾਂ ਨੇ ਆਖਿਆ, ਮਹਾਰਾਜ ਮੈਂ ਪੌਂਟੇ ਸਾਹਿਬ ਨਹੀਂ ਆ ਸਕਦਾ ਤੇ ਤੁਸੀਂ ਦੇਹਰਾਦੂਨ ਨਹੀਂ ਆ ਸਕਦੇ, ਤੇ ਇੱਦਾਂ ਕਰੋ ਆਪਾਂ ਜਮਨਾ 'ਚ ਮਿਲਾਂਗੇ। ਗੁਰਪ੍ਰਤਾਪ ਸੂਰਜ 'ਚ ਬੜੇ ਵਿਸਥਾਰ ਨਾਲ ਕਥਾ ਹੈ। ਇੱਕ ਬੇੜੀ 'ਚ ਮਹਾਰਾਜ 10ਵੇਂ ਪਾਤਸ਼ਾਹ ਬੈਠ ਕੇ ਜਮਨਾ 'ਚ ਇੱਧਰ ਆ ਗਏ, ਇੱਧਰੋਂ ਬਾਬਾ ਜੀ ਬੇੜੀ 'ਚ ਬੈਠ ਕੇ ਤੇ ਇੱਕ ਬੇੜੀ 'ਚ ਬਹਿ ਗਏ। ਨਦੀ ਜਮਨਾ ਦੇ ਵਿੱਚ ਦੋਵੇਂ ਚਾਚਾ ਭਤੀਜਾ ਬਹਿ ਕੇ ਤੇ ਬਾਬਾ ਰਾਮ ਰਾਏ ਨੇ ਆਖਿਆ, ਮੇਰੀਆਂ ਭੁੱਲਾਂ ਬਖਸ਼ ਦਿਓ ਤੇ ਮੈਂ ਮਹਾਰਾਜ ਤੁਹਾਡੇ ਚਰਨਾਂ ਨਾਲ ਜੁੜ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਬਾਬਾ ਰਾਮ ਰਾਏ ਜੀ ਬਖਸ਼ੇ ਗਏ। ਪਰ ਬਾਹਰ ਖੜੇ ਸੀ ਰਾਮ ਰਾਈਏ ਮਸੰਦ, ਤੇ ਉਹ ਘੁਸਰ ਮੁਸਰ ਕਰਦੇ ਕੰਨਾਂ ਵਿੱਚ ਆਪਣੇ। ਤੇ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ, ਰਾਮ ਰਾਏ ਉਹ ਆਪਸ ਗੱਲਾਂ ਕੀ ਕਰਦੇ ਨੇ? ਕਹਿੰਦੇ ਆ ਥੋੜ੍ਹੀ ਜਿਹੀ ਉਮਰ ਦਾ ਗੁਰੂ ਬਣਿਆ। ਮਹਾਰਾਜ 10ਵੇਂ ਪਾਤਸ਼ਾਹ ਦੀ ਉਮਰ ਉਦੋਂ ਸਾਰੀ 19 ਕੁ ਸਾਲ ਦੀ ਸੀ, 20 ਸਾਲ ਦੀ ਸੀ, ਦਾੜੀ ਵੀ ਨਹੀਂ। ਤੇ ਬਾਬਾ ਰਾਮ ਰਾਏ ਜੀ ਦੀ ਉਮਰ ਮਹਾਰਾਜ ਤੋਂ ਜ਼ਿਆਦਾ ਸੀ, ਭਾਵੇਂ ਰਿਸ਼ਤੇ ਜੋ ਭਤੀਜੇ ਸਨ, ਮਹਾਰਾਜ ਚਾਚੇ ਸਨ, ਪਰ ਮਹਾਰਾਜ ਦੀ ਉਮਰ ਨਾਲੋਂ ਡਬਲ ਉਮਰ ਸੀ ਬਾਬਾ ਰਾਮ ਰਾਏ ਜੀ। ਤੇ ਉਹ ਘੁਸਰ ਮੁਸਰ ਆਪਸ 'ਚ ਕਰਦੇ ਨੇ। ਤੇ ਗੁਰੂ 10ਵੇਂ ਪਾਤਸ਼ਾਹ ਕਹਿੰਦੇ, ਬਾਬਾ ਰਾਮ ਰਾਏ ਤੇਰੀ ਸੰਗਤ ਖੋਟੀ। 3 ਵਾਰੀ ਬਚਨ ਹੋਇਆ, ਰਾਮ ਰਾਏ ਤੂੰ ਤੇ ਬਖਸ਼ਿਆ ਗਿਆ, ਰਾਮ ਰਾਈਏ ਨਹੀਂ ਬਖਸ਼ੇ ਜਾਣਗੇ, ਇਹ ਬਚਨ ਹੋਇਆ। ਤਾਂ ਰਾਮ ਰਾਏ ਗੁਰੂ ਸਾਹਿਬ ਨੂੰ ਮਿਲ ਕੇ ਆਪਣੀ ਭੁੱਲ ਬਖਸ਼ਾ ਗਿਆ ਸੀ। ਰਾਮ ਰਾਈਏ ਨਹੀਂ ਬਖਸ਼ੇ ਗਏ। ਉਹਨਾਂ ਦੇ ਅੰਦਰ ਈਰਖਾ ਬਣੀ ਰਹੀ ਗੁਰੂ ਕਲਗੀਧਰ ਪਾਤਸ਼ਾਹ ਨਾਲ, ਅੱਜ ਤੱਕ ਵੀ ਚੱਲਦੀ ਹੈ। 10ਵੇਂ ਪਾਤਸ਼ਾਹ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਪਹਿਲਾਂ ਵਿਰੋਧ ਜਿਹੜਾ ਉਹ ਰਾਮ ਰਾਈਆਂ ਨੇ ਕੀਤਾ ਸੀ। ਰਾਮ ਰਾਈਆਂ ਕੋਲੋਂ ਵਿਰੋਧ ਭਸੌੜੀਆਂ ਨੇ ਲਿਆ ਸੀ ਤੇ ਫਿਰ ਉਹ ਅੱਜ ਤਾਈਂ ਕਰੀ ਜਾਂਦੇ ਆ। ਪਰ ਜਿਹੜੀ ਪੁਰਾਤਨ ਲਿਖਤ ਮਿਲਦੀ ਪੰਡਤ ਤਾਰਾ ਸਿੰਘ ਨਰੋਤਮ ਜੀ ਦੀ, ਉਹ ਕਹਿੰਦੇ ਇੱਕ ਗੁਰੂ ਨਾਨਕ ਦੇਵ ਜੀ ਕੇ ਪੰਥ में राम राइये गुरु गोबिंद सिंह जी की बाणी को नहीं मानत है और सब सिख मानत है। सो बाबा राम राय ਦਾ ਪੰਥ ਜਿਹੜਾ ਉਹ ਪੰਥ ਖਾਲਸੇ ਤੋਂ ਮੁੱਢ ਤੋਂ ਵੱਖਰਾ ਰਿਹਾ। 10ਵੇਂ ਪਾਤਸ਼ਾਹ ਦਾ ਵਿਰੋਧ ਹੀ ਕਰਦਾ ਰਹੇ। 10ਵੇਂ ਪਾਤਸ਼ਾਹ ਦੀ ਬਾਣੀ ਵੀ ਨਹੀਂ ਸੀ ਪੜ੍ਹਨ ਦਿੰਦੇ। ਤਾਂ ਇਸ ਤਰ੍ਹਾਂ ਇਹ ਰਾਮ ਰਾਈਏ ਈਰਖਾ ਕਰਦੇ ਸੀ। ਇਹਨਾਂ ਨੇ ਬਾਬਾ ਰਾਮ ਰਾਏ ਨੂੰ ਮਾਰ ਦਿੱਤਾ। ਬੀਬੀ ਪੰਜਾਬੋ ਪੰਜਾਬ ਕੌਰ ਚਿੱਠੀ ਲਿਖਦੀ ਹੈ, ਹੇ ਚਾਚਾ ਜੀ ਮੇਰੇ ਪਤੀ ਨੂੰ ਇਹਨਾਂ ਨੇ ਜਿਉਂਦਿਆਂ ਸਾੜ ਦਿੱਤਾ ਹੈ। ਹਾਂਜੀ, ਪੜ ਪਾਤੀ ਸ੍ਰੀ ਕਲਗੀਧਰ ਜੀ। ਇਹ ਚਿੱਠੀ ਪੜ੍ਹ ਕੇ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਗੈਲ ਮਨੀ ਸਿੰਘ ਲੈ ਕੇ, ਭਾਈ ਮਨੀ ਸਿੰਘ ਨੂੰ ਨਾਲ ਲੈ ਕੇ, ਅਪਰ ਸਿੰਘ ਭੀ ਗਮਨੇ ਗੁਰਸਿਓ, ਔਰ ਹੋਰ ਵੀ ਸਿੰਘ ਨਾਲ ਗਏ ਹਨ 10ਵੇਂ ਪਾਤਸ਼ਾਹ ਦੇ। ਗੁਲਕ ਤਫੰਗ ਠੁਕਾ ਕੇ, ਬੰਦੂਕਾਂ ਦੇ ਵਿੱਚ ਗੋਲੀਆਂ ਭਰ ਲਈਆਂ ਨੇ, ਤੀਰ ਕਮਾਨ ਤੀਰ ਭੱਥੇ ਭਰ ਲਏ ਨੇ, ਸ਼ਸਤਰ ਸਜਾ ਲਏ ਨੇ ਵੀ ਹੁਣ ਦੁਸ਼ਟਾਂ ਨੂੰ ਸਿੱਧੇ ਕਰਨਾ, ਜਾ ਕੇ ਸੋਧਾ ਲਾਣਾ ਮਸੰਦਾਂ ਨੂੰ। ਹਾਂਜੀ, ਦੂਨੇ ਪਹੁੰਚ ਮਸੰਦਨ ਕੇਰੀ, ਤੇ ਉੱਥੇ ਜਾ ਕੇ ਦੇਹਰਾਦੂਨ ਮਹਾਰਾਜ ਪਹੁੰਚ ਗਏ। ਬੀਬੀ ਪੰਜਾਬ ਕੌਰ ਨੂੰ ਕਹਿਤਾ ਵੀ ਬੇਟਾ ਤੂੰ ਇਦਾਂ ਕਰੀ,
ਤੂੰ ਇਹਨਾਂ ਨੂੰ ਕਹਿ ਦੇਵੀਂ ਵੀ ਤੁਹਾਨੂੰ ਸਾਰਿਆਂ ਨੂੰ ਸਰੋਪੇ ਮਿਲਣੇ ਆ ਤੇ ਸਾਰੇ ਆ ਜਾਓ ਭੋਗ ਵਾਲੇ ਦਿਨ। ਮਸੰਦਾਂ ਨੂੰ ਇਹ ਕਹਿਦਾ ਵੀ ਤੁਹਾਨੂੰ ਕੈਂਠੇ ਪਾਣੇ ਸੋਨੇ ਦੇ, ਛਾਪਾਂ ਪਾਣੀਆਂ ਸੋਨੇ ਦੀਆਂ ਸਾਰਿਆਂ ਨੂੰ। ਉਹ ਲਾਲਚ ਦੇ ਨਾਲ, ਛਾਪਾਂ ਛੱਲਿਆਂ ਦੇ ਲਾਲਚ ਨੂੰ ਸਾਰੇ ਇਕੱਠੇ ਹੋ ਗਏ ਤੇ 10ਵੇਂ ਪਾਤਸ਼ਾਹ ਐਨ ਭੋਗ ਵਾਲੇ ਦਿਨ ਪਹੁੰਚੇ। ਸਵੇਰੇ ਹੀ ਜਾ ਕੇ ਘੇਰਾ ਪਾ ਲਿਆ। ਉੱਥੇ ਉਹ ਜਗ੍ਹਾ ਬਣੀ ਹੋਈ ਹੈ। ਤੁਸੀਂ ਕਹੋਗੇ ਵੀ ਟੈਲੀਫੋਨ ਕਦੋਂ ਚੱਲਿਆ? ਟੈਲੀਫੋਨ 300 ਸਾਲ ਪਹਿਲਾਂ ਦਾ ਉੱਥੇ ਅਜੇ ਵੀ ਮੌਜੂਦ ਹੈ। ਉਹ ਟੈਲੀਫੋਨ ਕੀ ਹੈ? ਇੱਕ ਇੱਦਾਂ ਦੀ ਲੰਮੀ ਜੀ ਸਲੈਬ ਹੈ, ਉਹਦੇ 'ਚ ਪੈਪ ਪਾਇਆ ਹੋਇਆ। ਭਾਈ ਨੰਦ ਚੰਦ ਦੀਵਾਨ ਨੂੰ ਅੰਦਰ ਖੜਾ ਕਰਤਾ ਤੇ ਮਨੀ ਸਿੰਘ ਨੂੰ ਬਾਹਰ ਖੜਾ ਕਰਤਾ ਤੇ ਅੰਦਰੋਂ ਇੱਦਾਂ ਮੂੰਹ ਭਾਈ ਨੰਦ ਚੰਦ ਕਹਿੰਦਾ ਸੀ ਵੀ ਫਲਾਣੇ ਫਲਾਣੇ ਨੂੰ ਸਰੋਪੇ ਲਈ ਭੇਜ ਦਿਓ। ਤੇ ਉਹ ਜਿਹੜੇ ਦੋ ਜਿਹੜੇ ਜਾਂਦੇ ਸੀ ਅੰਦਰ ਤੇ ਫੜ ਕੇ ਨੰਦ ਚੰਦ ਤੇਲ ਦੇ ਕੜਾਹੇ 'ਚ ਤੇ ਗੁੜ ਦੇ ਕੜਾਹੇ 'ਚ ਸੁੱਟ ਦਿੰਦਾ ਸੀ, ਸਰੋਪਾ ਦੇ ਕੇ ਗਾਂਹ ਹੀ ਤੋੜ ਦਿੰਦੇ ਸੀਗੇ। ਉੱਥੇ ਮਸੰਦ ਸੋਧੇ ਸੀ 10ਵੇਂ ਪਾਤਸ਼ਾਹ ਨੇ। ਉਹ ਕੜਾਇਆ ਵੀ ਮੌਜੂਦ ਹੈ ਬਾਬਾ ਰਾਮ ਰਾਏ ਦੇ ਡੇਰੇ। ਦਾਸ ਨੇ ਜਾ ਕੇ ਦਰਸ਼ਨ ਕੀਤੇ, ਤੁਸੀਂ ਵੀ ਕਰ ਸਕਦੇ ਹੋ। 10ਵੇਂ ਪਾਤਸ਼ਾਹ ਜਿਹੜੇ ਥੰਮ ਨਾਲ ਘੋੜਾ ਬੰਨਿਆ ਸੀ ਉਹ ਵੀ ਅਜੇ ਤੱਕ ਮੌਜੂਦ ਹੈ। ਰਾਮ ਰਾਈਆਂ ਨੂੰ ਸੋਧਾ ਲਾਇਆ ਜਾ ਕੇ। ਸੁਣ ਕੇ ਗੁਰ ਖੁਟਿਆਈ, ਮਹਾਰਾਜ ਨੇ ਮਸੰਦਾਂ ਦੀ ਖੁਟਿਆਈ ਸੁਣ ਕੇ ਫਿਰ ਸੋਧ ਦਿੱਤੇ ਮਸੰਦ। ਸੇਵਾ ਹਰੀ ਸੋਧਨਾ ਕੀਨੀ, ਮਹਾਰਾਜ ਕਹਿੰਦੇ ਮਸੰਦਾਂ ਦੀ ਸੋਧਨਾ ਕੀਤੀ, ਸੋਧਾ ਲਾਇਆ ਮਸੰਦਾਂ ਨੂੰ, ਰਾਮ ਰਾਈਆਂ ਨੂੰ। ਗੁਰ ਗੋਬਿੰਦ ਜਗਰਾਈ, ਮਹਾਬਲੀ ਜੋਧੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਮਸੰਦ ਸੋਧ ਦਿੱਤੇ ਜਿਨ੍ਹਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ। ਦੋਹਰਾ ਗੋਬਿੰਦ ਸਤਿਗੁਰ ਪਾਤਸ਼ਾਹ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਸ਼ਟਨ ਫਲ ਭੁਗਤਾਏ, ਦੁਸ਼ਟਾਂ ਦੀ ਕਰਨੀ ਦਾ ਫਲ ਭੁਗਤਾ ਕੇ ਨਗਰ ਪਾਵਟੇ ਆਏ ਪ੍ਰਭ। ਮਹਾਰਾਜ ਮਾਈ ਪੰਜਾਬ ਕੌਰ ਨੂੰ ਸਾਰਾ ਪ੍ਰਬੰਧ ਦੇ ਕੇ ਤੇ ਵਾਪਸ ਸ੍ਰੀ ਪੌਂਟਾ ਸਾਹਿਬ ਆ ਗਏ। ਜੈ ਕੀ ਬੰਬ ਵਜਾਏ, ਜੈ ਜੈਕਾਰ ਦੇ ਨਗਾਰੇ ਵਜਾਉਂਦੇ ਹੋਏ ਪੌਂਟੇ ਪਹੁੰਚ ਗਏ ਮਹਾਰਾਜ 10ਵੇਂ ਪਾਤਸ਼ਾਹ ਜੀ। ਕਛੁਕ ਕਾਲ ਇਮ ਬੀਤਿਓ, ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਨਗਰ ਪਾਵਟੇ ਮਾਹੇ, ਪੌਂਟੇ ਸਾਹਿਬ ਦੇ ਵਿੱਚ ਸੰਗਤ ਆਵੇ ਘਨੀ ਤਿਹ, ਬੜੀ ਸੰਗਤ ਆਉਂਦੀ ਪੌਂਟੇ ਸਾਹਿਬ ਮਹਾਰਾਜ ਕੋਲ ਸਾਰੇ ਦੇਸ਼ਾਂ ਤੋਂ ਦਰਸ਼ਨ ਕਰਨ ਵਾਸਤੇ। ਮਨ ਬਾਂਛਤ ਫਲ ਪਾਏ, ਔਰ ਮਨ ਬਾਂਛਤ ਫਲ ਪਾਉਂਦੀ ਹੈ ਸੰਗਤ। ਚੌਪਈ ਦੇਸ ਵਿਦੇਸ ਤੇ ਸੰਗਤ ਆਵੇ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ। ਗੋਬਿੰਦ ਗੁਰ ਕਾ ਦਰਸ਼ਨ ਪਾਵੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ। ਪਾਵਨ ਕਵੀ ਗੁਰੂ ਢਿਗ ਰਹੈ, ਮਹਾਰਾਜ ਕੋਲ 52 ਕਵੀ ਰਹਿੰਦੇ, ਬੜੇ ਬੜੇ ਵਿਦਵਾਨ। ਕਵੀ ਕੁਵਰੇਸ਼, ਕਵੀ ਹੰਸ ਰਾਏ, ਕਵੀ ਅੰਮ੍ਰਿਤ ਰਾਏ, ਕਵੀ ਧੰਨਾ ਸਿੰਘ, ਕਵੀ ਚੰਦਨ, ਇੱਕ ਤੋਂ ਇੱਕ ਚੜ੍ਹਦੇ ਕਵੀ ਅਣੀ ਰਾਏ, ਭਾਈ ਨੰਦ ਲਾਲ ਵਰਗੇ ਵੱਡੇ ਵੱਡੇ ਆਲਾ ਦਰਜੇ ਦੇ ਕਵੀ 10ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰਹਿੰਦੇ। ਕਵੀ ਟਹਿਕਣ ਜੀ, ਹਾਂਜੀ, ਮਨੀਆ ਉਨ ਮਹਿ ਗੁਨੀਆ ਹੈ, ਉਹਨਾਂ ਵਿੱਚੋਂ ਮਨੀ ਸਿੰਘ ਵੀ ਇੱਕ ਬੜੇ ਗੁਣੀ ਵਿਦਵਾਨ ਹਨ। ਸ੍ਰੀ ਮੁਖ ਤੋਂ ਕਲਗੀਧਰ ਆਪੈ, ਮਹਾਰਾਜ 10ਵੇਂ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਜਿਹੜੀ ਬਾਣੀ ਰਚਦੇ ਸੀ ਉਹਦੀ ਲਿਖਾਈ ਮਨੀ ਸਿੰਘ ਤੋਂ ਕਰਾਉਂਦੇ ਸੀ। ਖਾਸ ਉਹਨਾਂ ਦੇ ਲਿਖਾਰੀ ਜਿਹੜੇ ਸੀ 10ਵੇਂ ਪਾਤਸ਼ਾਹ ਦੇ, ਜਿਹੜੀ ਆਪਣੀ ਬਾਣੀ ਮਹਾਰਾਜ ਬਾਕੀ ਜਿਹੜੇ ਲਿਖਾਰੀ ਕਵੀ ਸੀਗੇ ਉਹ ਆਪਣੀ ਆਪ ਵੀ ਲਿਖਦੇ ਸੀ ਜਾਂ ਆਪਣੇ ਕੋਲ ਚੰਗੇ ਰਾਈਟਰ ਲਿਖਾਰੀ ਰੱਖੇ ਹੋਏ ਸੀ। ਪਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਸੀ ਉਹਨੂੰ ਭਾਈ ਮਨੀ ਸਿੰਘ ਲਿਖਦੇ ਸੀ। ਮਹਾਰਾਜ ਬੋਲੀ ਜਾਂਦੇ ਸੀ ਤੇ ਮਨੀ ਸਿੰਘ ਲਿਖੀ ਜਾਂਦਾ ਸੀ। ਹਾਂਜੀ, ਵੀਰ ਰਸ ਕੀ ਕਥਾ ਅਲਾਪੈ, ਇਹ ਵੀਰ ਰਸ ਦੀ ਕਥਾ, ਇਹੋ ਜੀ ਕਥਾ ਮਹਾਰਾਜ 10ਵੇਂ ਪਾਤਸ਼ਾਹ ਲਿਖਦੇ ਸੀ ਵੀ ਉਹਨੂੰ ਪੜ੍ਹ ਕੇ ਨਾ ਕਾਇਰ ਵੀ ਜਿਹੜੇ ਨੇ ਯੋਧੇ ਬਣ ਜਾਣ, ਸੂਰਮੇ ਬਣ ਜਾਣ। ਇਹੋ ਜੀ ਬਾਣੀ ਚੰਡੀ ਦੀ ਵਾਰ ਤੇ ਮਹਾਰਾਜ ਹੋਰ ਬਾਣੀਆਂ ਜੰਗ ਵਾਲੀਆਂ ਸੂਰਮਿਆਂ ਦੀ ਉਚਾਰਨ ਕਰਦੇ ਸੀ। ਹਾਂਜੀ, ਕ੍ਰਿਸ਼ਨ ਚਰਿਤ੍ਰ ਮਦ ਹੈ ਜਾਨੋ, ਜੋ ਭਗਵਾਨ ਕ੍ਰਿਸ਼ਨ ਜੀ ਦੀ ਕਥਾ ਨੂੰ ਲਿਖਿਆ ਉਹ ਪੌਂਟੇ ਸਾਹਿਬ ਲਿਖਿਆ। ਉਹਦਾ ਨਾਮ ਹੈ ਕ੍ਰਿਸ਼ਨ ਅਵਤਾਰ। ਬੜਾ ਵੱਡਾ, ਲਗਭਗ 2492 ਛੰਦ ਹਨ ਉਸ ਦੇ। ਮਹਾਰਾਜ 10ਵੇਂ ਪਾਤਸ਼ਾਹ ਬਾ ਕਮਾਲ ਸਵਈਏ ਤੇ ਕਵਿਤ ਤੇ ਦੋਹਰੇ ਲਿਖੇ ਹਨ। ਹਾਂਜੀ, ਖੜਗ ਸਿੰਘ ਕਾ ਯੁੱਧ ਪਛਾਨੋ, ਉਹਦੇ ਵਿੱਚੋਂ ਸਭ ਤੋਂ ਜਿਹੜਾ ਬਹੁਤ ਹੀ ਵੀਰ ਰਸ ਵਾਲਾ ਪ੍ਰਸੰਗ ਹੈ ਉਹ ਖੜਗ ਸਿੰਘ ਦਾ ਯੁੱਧ ਹੈ। ਖੜਗ ਸਿੰਘ ਦਾ ਯੁੱਧ ਤੇ ਮਹਾਰਾਜ ਨਿਤਨੇਮ ਕਰਦੇ ਸੀਗੇ ਤੇ ਪੁਰਾਤਨ ਸਿੰਘਾਂ ਨੂੰ ਜਿਹੜੇ ਮਹਾਰਾਜ ਦੇ ਨਾਲ ਸੀ ਨਾ ਉਹ ਨਿਤਨੇਮ ਨਾਲ ਪੜ੍ਹਿਆ ਕਰਦੇ। ਜਿਵੇਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਆ ਨਾ, ਇੱਦਾਂ ਖੜਗ ਸਿੰਘ ਦਾ ਯੁੱਧ ਪੁਰਾਣੇ ਸਿੰਘ ਪੜ੍ਹਿਆ ਕਰਦੇ। ਉਹ 10ਵੇਂ ਪਾਤਸ਼ਾਹ ਦੀ ਸੁਰਤ ਵਿੱਚੋਂ, ਅਨੁਭਵ ਵਿੱਚੋਂ ਪੈਦਾ ਹੋਇਆ। ਤੁਸੀਂ ਹਿੰਦੂਆਂ ਦੇ ਗ੍ਰੰਥ ਪੜ੍ਹ ਲਓ, ਉਹਨਾਂ 'ਚ ਤੁਹਾਨੂੰ ਖੜਗ ਸਿੰਘ ਦੀ ਕਥਾ ਨਹੀਂ ਮਿਲਦੀ। ਖੜਗ ਸਿੰਘ ਦਾ ਪ੍ਰਸੰਗ 10ਵੇਂ ਪਾਤਸ਼ਾਹ ਨੇ ਆਪ ਕ੍ਰਿਸ਼ਨ ਅਵਤਾਰ ਦੇ ਵਿੱਚ ਲਿਖਿਆ। ਕਦੀ ਉਹਦੀ ਵਿਆਖਿਆ ਕਰੀਏ ਫਿਰ ਪਤਾ ਲੱਗਦਾ ਵੀ ਕਮਾਲ ਦੀ ਸੱਚੇ ਪਾਤਸ਼ਾਹ ਨੇ ਰਚਨਾ ਕੀਤੀ ਹੈ। ਹਾਂਜੀ,
ਜਿਸ ਤੇ ਸੁਨਤ ਕਾਇਰਤਾ ਭਾਗੈ। ਇਹੋ ਜੀ ਕਥਾ ਖੜਗ ਸਿੰਘ ਦੀ ਲਿਖੀ 10ਵੇਂ ਪਾਤਸ਼ਾਹ ਨੇ ਆਪਣੇ ਅਨੁਭਵ ਦੇ ਵਿੱਚੋਂ, ਵੀ ਜਿਸ ਨੂੰ ਸੁਣ ਕੇ ਕਾਇਰਤਾ ਬੁਝਦਿਲੀ ਦਾ ਭੱਜ ਜਾਂਦੀ ਹੈ। ਮਾੜੇ ਤੋਂ ਮਾੜਾ ਬੰਦਾ ਵੀ ਤਲਵਾਰ ਚੁੱਕ ਕੇ ਲੜਨ ਜੋਗਾ ਬਣ ਜਾਂਦਾ। ਹਾਂਜੀ, ਧਰਮ ਜੁਧ ਮਹਿ ਹੋਏ ਅਨੁਰਾਗੈ। ਧਰਮ ਦਾ ਯੁੱਧ ਕਰਨ ਵਿੱਚ ਉਹਦਾ ਪ੍ਰੇਮ ਬਣ ਜਾਂਦਾ, ਹੌਸਲਾ ਬਣ ਜਾਂਦਾ, ਉਹਦੇ ਅੰਦਰ ਵੀਰਤਾ ਜਾਗ ਪੈਂਦੀ ਹੈ। ਹਾਂਜੀ, ਸੇਵਾ ਹਰੀ ਮਨੀ ਸਿੰਘ ਵੀਰ। ਭਾਈ ਸੇਵਾ ਸਿੰਘ ਜੀ ਕਹਿੰਦੇ ਮਨੀ ਸਿੰਘ ਜੀ ਇਹ ਬਾਣੀ ਲਿਖਦੇ ਸੀ, 10ਵੇਂ ਪਾਤਸ਼ਾਹ ਜੀ ਇਹ ਬਾਣੀ ਉਚਾਰਦੇ ਸੀ। ਹਾਂਜੀ, ਜਿਮ ਗਏ ਮਾਤ ਪੰਜਾਬੋ ਤੀਰ। ਜਦੋਂ ਅਗਲਾ ਸਾਲ ਆਇਆ, ਬਾਬੇ ਰਾਮ ਰਾਏ ਦੀ ਬਰਸੀ ਆਈ। 4 ਸਤੰਬਰ 1687 ਨੂੰ ਬਾਬਾ ਰਾਮ ਰਾਏ ਜੀ ਸੱਚਖੰਡ ਗਏ ਨੇ। ਅਗਲੇ ਸਾਲ 88 ਦੇ ਵਿੱਚ ਬਰਸੀ ਆ ਗਈ। ਪੰਜਾਬੋ ਮਾਈ ਦੀ ਚਿੱਠੀ ਆਈ, ਮਾਈ ਪੰਜਾਬ ਕੌਰ ਦੀ, ਕਿ ਚਾਚਾ ਜੀ ਤੁਹਾਡੇ ਭਤੀਜੇ ਦੀ ਬਾਬੇ ਰਾਮ ਰਾਏ ਜੀ ਦੀ ਬਰਸੀ ਹੈ, ਤੁਸੀਂ ਆਓ। 10ਵੇਂ ਪਾਤਸ਼ਾਹ ਆਪ ਨਹੀਂ ਗਏ, ਭਾਈ ਮਨੀ ਸਿੰਘ ਤੇ ਦੀਵਾਨ ਆਨੰਦ ਚੰਦ 50 ਸਿੱਖਾਂ ਦਾ ਜਥਾ ਭੇਜ ਦਿੱਤਾ। ਹਾਂਜੀ, ਦੋਹਰਾ ਪਾਤੀ ਗੁਰ ਦਸਮੇਸ਼ ਕੋ। ਗੁਰੂ 10ਵੇਂ ਪਾਤਸ਼ਾਹ ਨੂੰ ਫਿਰ ਚਿੱਠੀ ਆਈ ਸਾਲਾਨਾ ਬਰਸੀ ਦੀ। ਹਾਂਜੀ, ਲਿਖ ਕਰ ਦੇਈ ਪਠਾਏ। ਮਾਤਾ ਪੰਜਾਬ ਕੌਰ ਜੀ ਨੇ ਲਿਖ ਕੇ ਭੇਜੀ। ਮਾਤ ਪੰਜਾਬੋ ਦੂਨ ਤੇ। ਮਾਤਾ ਪੰਜਾਬੋ ਨੇ, ਪੰਜਾਬ ਕੌਰ ਨੇ ਦੇਹਰਾਦੂਨ ਤੋਂ ਭੇਜੀ। ਨਗਰ ਪਾਵਟੇ ਮਾਹੇ। ਪੌਂਟੇ ਸਾਹਿਬ ਵਿੱਚ ਚਿੱਠੀ ਪਹੁੰਚੀ। 10ਵੇਂ ਪਾਤਸ਼ਾਹ ਨੂੰ ਸੱਦਿਆ, ਮਹਾਰਾਜ ਜੀ ਤੁਸੀਂ ਬਰਸੀ ਤੇ ਆਓ। ਹਾਂਜੀ, ਮਨੀ ਸਿੰਘ ਥੀ ਆਦਲੈ। ਮਹਾਰਾਜ ਆਪ ਨਹੀਂ ਗਏ, ਪਰ ਮਨੀ ਸਿੰਘ ਤੇ ਦੀਵਾਨ ਆਨੰਦ ਚੰਦ ਦੋ ਵੱਡੇ ਦੀਵਾਨ ਸਨ ਗੁਰੂ ਦੇ, ਮਨੀ ਸਿੰਘ ਦੀਵਾਨ ਤੇ ਦੀਵਾਨ ਆਨੰਦ ਚੰਦ। ਹਾਂਜੀ, ਨਾਮੀ ਨਾਮੀ ਵੀਰ। ਨਾਲ ਚੰਗੇ ਚੰਗੇ ਯੋਧੇ ਸੂਰਮੇ, ਉਹ ਪੰਡਤ ਦਇਆ ਰਾਮ ਜੀ ਵਰਗੇ, ਭਾਈ ਸੰਗੋ ਸ਼ਾਹ ਵਰਗੇ, ਜੀਤ ਮੱਲ ਵਰਗੇ ਗੁਰੂ ਸਾਹਿਬ ਜੀ ਨੇ ਉਹ ਭੇਜ ਦਿੱਤੇ। ਹਾਂਜੀ, ਭੇਜੇ ਇਵ ਦਸਮੇਸ਼ ਗੁਰ। 10ਵੇਂ ਪਾਤਸ਼ਾਹ ਨੇ ਚੰਗੇ ਚੰਗੇ 94 ਸਿੱਖ ਭੇਜੇ ਉੱਥੇ। ਹਾਂਜੀ, ਮਾਤ ਪੰਜਾਬੋ ਤੀਰ। ਮਾਤਾ ਪੰਜਾਬੋ ਜੀ ਨੂੰ ਜਾ ਕੇ ਮਿਲੇ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗੁਰੂ ਸਾਹਿਬ ਵੱਲੋਂ ਆਏ ਆ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਜ਼ਰੀ ਲਵਾ ਲਓ। ਉਹ ਨਹੀਂ ਆ ਸਕੇ ਤੇ ਅਸੀਂ ਆਏ। ਹਾਂਜੀ, ਚੌਪਈ ਇੱਕ ਗੁਰਬਖਸ਼ ਮਹਾ ਅਗਿਆਨੀ। ਉਹਨਾਂ ਵਿੱਚ ਇੱਕ ਰਾਮ ਰਾਈਆਂ ਵਿੱਚੋਂ ਗੁਰਬਖਸ਼ ਸੀਗਾ, ਬੜਾ ਅਗਿਆਨੀ। ਉਹ ਗੁਰੂ ਗੋਬਿੰਦ ਸਿੰਘ ਨਾਲ ਖਾਰ ਖਾਣ ਲੱਗ ਪਿਆ ਸੀ। ਕਿਉਂ ਖਾਂਦਾ ਸੀ? ਵੀ ਗੁਰੂ ਨੇ ਰਾਮ ਰਾਈਏ ਸਾੜ ਦਿੱਤੇ ਸੀ ਪਿਛਲੇ ਸਾਲ, ਤੇ ਰਾਮ ਰਾਈਆਂ ਚੋਂ ਉਹ ਜਿਹੜਾ ਸੀ ਬੜਾ ਦੁਸ਼ਟ ਸੀ। ਗੁਰਬਖਸ਼ ਵੀ ਦੋ ਹੋਏ ਨੇ, ਕਈ ਵਾਰੀ ਭੁਲੇਖਾ ਲੱਗ ਜਾਂਦਾ ਤਾਂ ਦੱਸ ਦੇਣਾ ਜ਼ਰੂਰੀ ਹੈ। ਇੱਕ ਬਾਬਾ ਗੁਰਬਖਸ਼ ਜੀ ਉਦਾਸੀ ਹੋਏ ਨੇ, ਮਹਾਂਦੇਵ ਦੇ ਚੇਲੇ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਆਨੰਦਪੁਰ ਦਾ ਕਿਲ੍ਹਾ ਛੱਡਣ ਲੱਗਿਆ ਗੁਰਦੁਆਰਾ ਸੀਸਗੰਜ ਸਾਹਿਬ ਦੀ ਦੀਵਾ ਦੀ ਝਾੜੂ ਦੀ ਸੇਵਾ ਦੇ ਕੇ ਗਏ। ਦੀਵੇ ਝਾੜੂ ਦੀ ਸੇਵਾ ਆਨੰਦਪੁਰ ਸਾਹਿਬ ਦੀ, ਸੀਸਗੰਜ ਸਾਹਿਬ ਦੀ। ਬਾਬਾ ਗੁਰਬਖਸ਼ ਉਦਾਸੀ ਮਹਾਂਪੁਰਸ਼ ਨੂੰ 10ਵੇਂ ਪਾਤਸ਼ਾਹ ਨੇ ਛੱਡਿਆ। ਉਹ ਗੁਰਬਖਸ਼ ਹੋਰ ਹੋਇਆ। ਇਹ ਗੁਰਬਖਸ਼ ਰਾਮ ਰਾਈਆ ਸੀ ਜਿਹਦੀ ਗੱਲ ਇੱਥੇ ਆਈ। ਇਹ ਦੇਹਰਾਦੂਨ ਰਹਿੰਦਾ ਸੀ। ਮਾਤਾ ਪੰਜਾਬੋ ਜਿਹੜਾ ਕੰਮ ਕਹਿੰਦੀ ਸੀ ਉਹਦੇ ਉਲਟਾ ਚੱਲਦਾ ਸੀ। ਜਿਹੜਾ ਕੰਮ ਬਾਬਾ ਰਾਮ ਰਾਏ ਜੀ ਨੂੰ ਮਾਰਨ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਮਸੰਦ ਸਾੜ ਦਿੱਤੇ, ਉਹਦੀ ਮਨ 'ਚ ਖੁੰਦਕ ਰੱਖਦਾ ਸੀ ਬੜੀ। ਹਾਂਜੀ, ਦੁਸ਼ਟ ਕਪੱਤਾ ਥੀ ਅਭਿਮਾਨੀ। ਬੜਾ ਹੰਕਾਰੀ ਸੀ, ਦੁਸ਼ਟ ਬੰਦਾ ਸੀ। ਗੁਰੂ ਘਰ ਦੀ ਪੂਜਾ ਖਾ ਖਾ ਕੇ, ਮਾਇਆ ਲੈ ਕੇ ਸੰਗਤਾਂ ਦੀ ਅੰਨਾ ਹੋਇਆ ਪਿਆ ਸੀ। ਹਾਂਜੀ, ਤੁਲਮ ਤੰਗ ਦੇਹ ਜਿਸ ਕੇਰੀ। ਕਹਿੰਦੇ ਹਾਥੀ ਵਰਗੀ ਦੇਹ ਸੀ, ਕੜਾਹ ਪ੍ਰਸ਼ਾਦ ਦੀਆਂ ਪਰਾਤਾਂ ਖਾਣ ਵਾਲਾ ਹੋਵੇ। ਗੁਰੂ ਘਰ ਦੀ ਮਾਇਆ ਖਾ ਖਾ ਕੇ ਕਹਿੰਦੇ ਹਾਥੀ ਵਰਗਾ, ਲੰਮਾ ਉੱਚਾ 6-7 ਫੁੱਟਾ, ਐਡਾ ਮੋਟਾ ਤਾਜ਼ਾ, ਤੇ ਐਦਾ ਝੂਮ ਝੂਮ ਕੇ ਤੁਰਦਾ ਸੀ ਜਿਵੇਂ ਹਾਥੀ ਤੁਰਦਾ। ਹਾਂਜੀ, ਮੰਦ ਮਤ ਜਿਹ ਅੰਬਰ ਗੇਰੀ। ਤੇ ਕਹਿੰਦੇ ਭਗਵੇਂ ਕੱਪੜੇ ਪਾਏ, ਮੱਥੇ ਤੇ ਦਸਤਾਰ ਬੜੀ ਚਮਕਵੀਂ ਬੰਨਣੀ, ਤੇ ਗਲ 'ਚ ਮਾਲਾ ਵੀ 2-3 ਪਾਈਆਂ ਹੋਣੀਆਂ। ਬਾਬਾ ਜੀ ਹੁੰਦੀ ਸੀ। ਬੜਾ ਤਗੜਾ ਆਪਣੇ ਆਪ ਨੂੰ ਪਖੰਡੀ ਸੀਗਾ। ਤੇ ਬਾਬੇ ਰਾਮ ਰਾਏ ਤੋਂ ਬਾਅਦ ਉਹ ਸਮਝਦਾ ਸੀ ਵੀ ਮੈਂ ਹੀ ਮਾਲਕ ਹਾਂ ਇੱਥੋਂ ਦਾ। ਮਾਈ ਪੰਜਾਬ ਕੌਰ ਨੂੰ ਤੇ ਵਿਚਾਰੀ ਨੂੰ ਉਂਝ ਹੀ ਸਮਝਦਾ ਹੀ ਨਹੀਂ ਸੀ, ਕੋਈ ਡਰਾ ਛੱਡਦਾ ਸੀ। ਮਾਤਾ ਤੈਨੂੰ ਕੀ ਪਤਾ, ਤੂੰ ਚੁੱਪ ਰਿਹਾ ਕਰ। ਉੱਦਾਂ ਮਾਤਾ ਜੀ ਕਰ ਛੱਡਣਾ, ਪਰ ਮਾਤਾ ਜੀ ਦੀ ਗੱਲ ਕੋਈ ਨਹੀਂ ਮੰਨਦਾ ਸੀ। ਹਾਂਜੀ, ਪੂਜਾ ਖਾਏ ਮਤ ਜਿਹ ਮਾਰੀ। ਉਸ ਗੁਰਬਖਸ਼ ਦੀ ਪੂਜਾ ਖਾ ਕੇ ਨਾ ਮੱਤ ਮਾਰੀ ਗਈ ਸੀ। ਪੂਜਾ ਦਾ ਧਾਨ ਕਹਿੰਦੇ ਗੁਰਦੁਆਰੇ ਦੀਆਂ ਰੋਟੀਆਂ 3 ਕੰਮ ਕਰੇਣ, ਹੱਡ ਗਾਲਣ, ਮੱਤ ਮਾਰਨ, ਕੰਮ ਕਰਨ ਨਾ ਦੇਣ। ਜੇ ਭਾਵਨਾ ਨਾ ਹੋਵੇ, ਸ਼ਰਧਾ ਨਾ ਹੋਵੇ, ਤੇ ਫਿਰ ਸਾਧ ਸੰਗਤ ਜੀ ਇਦਾਂ ਹੀ ਕੰਮ ਹੁੰਦਾ। ਫਿਰ ਉਹ ਪੂਜਾ ਖਾਂਦਾ ਸੀ, ਸੇਵਾ ਥੋੜ੍ਹੀ ਤੇ ਮੰਗਣ ਬਹੁਤਾ। ਸੇਵਾ ਤੇ ਹੈ ਨਹੀਂ ਸੀ, ਮੰਗਣਾ ਬਹੁਤਾ। ਸੰਗਤਾਂ ਦੀ ਮਾਇਆ ਲੈ ਲੈ ਕੇ ਜਮ੍ਹਾਂ ਕਰੀ ਜਾਂਦਾ ਸੀ।
ਫਿਰ ਮੱਤ ਮਾਰੀ ਗਈ ਸੀ। ਹਾਂਜੀ, ਮੁਗਤ ਕੋ ਕਰਮੀ ਥੀ ਹੰਕਾਰੀ, ਮਾੜੇ ਕਰਮ ਕਰ ਕਰਕੇ ਹੰਕਾਰੀ ਹੋ ਗਿਆ ਸੀ। ਹਾਂਜੀ, ਗੈਲ ਪੰਜਾਬੋ ਨਹਿ ਇਸ ਬਣੀ, ਮਾਤਾ ਪੰਜਾਬ ਕੌਰ ਨਾਲ ਬਣਦੀ ਨਹੀਂ ਸੀ ਉਹਦੀ। ਮਾਈ ਪੰਜਾਬੋ ਜਿਹੜਾ ਕੰਮ ਕਹਿੰਦੀ ਸੀ ਉਹਦੇ ਉਲਟ ਤੁਰਦਾ ਸੀ। ਨਹੀਂ ਮਾਤਾ ਤੈਨੂੰ ਨਹੀਂ ਪਤਾ, ਤੂੰ ਚੁੱਪ ਰਹਿ। ਨਾਲੇ ਮਾਤਾ ਜੀ ਕਹਿ ਛੱਡਣਾ, ਨਾਲੇ ਕਹਿਣਾ ਨਹੀਂ ਮੰਨਣਾ, ਚੁੱਪ ਕਰਾ ਦੇਣਾ। ਉਹ ਵਿਚਾਰੀ ਮਾਈ ਹੁਣ, ਕਿਉਂਕਿ ਬੱਚਾ ਕੋਈ ਹੈ ਨਹੀਂ ਸੀ। ਬਾਬਾ ਰਾਮ ਰਾਏ ਦੇ 4 ਵਿਆਹ ਹੋਏ, 4ਾਂ 'ਚੋਂ ਹੀ ਬੱਚਾ ਨਹੀਂ ਹੋਇਆ। ਇਹ ਵਚਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਚੱਲਿਆ ਸੀ। ਜਦੋਂ ਬਾਬੇ ਰਾਮ ਰਾਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵਚਨ ਦਿੱਤਾ, ਸ਼ਰਾਪ ਦਿੱਤਾ ਵੀ ਇਹ ਤਾਂ ਮਾਤਾ ਦੇ ਖਾਜੇ ਬਣਨਗੇ ਚੇਚਕ ਨਾਲ। ਸੰਗਤ ਨੇ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਵੀ ਤੁਸੀਂ ਗੁਰਤਾ ਗੱਦੀ ਤੇ ਉਹ ਤੇ ਗੱਦੀ ਤੇ ਹੈ ਵੀ ਨਹੀਂ, ਤੇ ਤੁਹਾਨੂੰ ਸ਼ਰਾਪ ਦੇ ਰਿਹਾ। ਮਹਾਰਾਜ ਕਹਿੰਦੇ ਉਹ ਸਾਡਾ ਵੱਡਾ ਭਾਈ ਹੈ, ਉਹ ਨਹੀਂ ਦੇ ਰਿਹਾ, ਉਹਨੂੰ ਗੁਰੂ ਰਾਏ ਸਾਹਿਬ ਨੇ ਕਿਹਾ ਸੀ ਤੂੰ ਬੋਲੇਗਾ ਜੋ ਵੀ ਹੋ ਜਾਏਗਾ, ਤੇ ਅਸੀਂ ਉਹ ਬਚਨ ਮੋੜਨਾ ਨਹੀਂ, ਕਿਉਂਕਿ ਸਾਡੇ ਪਿਤਾ ਜੀ ਦਾ ਹੀ ਬਚਨ ਹੈ, ਭਰਾ ਦਾ ਬਚਨ ਨਹੀਂ, ਇਹ ਪਿਤਾ ਜੀ ਦਾ ਬਚਨ ਹੈ ਵੀ ਜੋ ਤੂੰ ਕਹੇਂਗਾ ਹੋ ਜਾਏਗਾ। ਤੇ ਜੇ ਉਹਨੇ ਸਾਨੂੰ ਕਹਿ ਦਿੱਤਾ ਤੇ ਅਸੀਂ ਬਚਨ ਆਪਣੇ ਸਰੀਰ ਤੇ ਲਵਾਂਗੇ, ਅਸੀਂ ਸੀਤਲਾ ਨਾਲ ਹੀ ਸਰੀਰ ਛੱਡਾਂਗੇ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਮਹਾਰਾਜ ਨੇ ਉਹ ਬਚਨ ਮੋੜਿਆ ਨਹੀਂ ਗੁਰੂ ਹਰਕ੍ਰਿਸ਼ਨ ਸਾਹਿਬ। ਫਿਰ ਸੰਗਤ ਨੇ ਕਿਹਾ ਮਹਾਰਾਜ ਤੁਸੀਂ ਵੀ ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਅਸੀਂ ਕਿਉਂ ਬਚਨ ਛੱਡੀਏ? ਕਹਿੰਦੇ ਨਹੀਂ ਮਹਾਰਾਜ, ਗੁਰਤਾ ਗੱਦੀ ਤੇ ਤੁਸੀਂ ਹੋ, ਜੇ ਤੁਸੀਂ ਕੋਈ ਬਚਨ ਨਾ ਕੀਤਾ ਤੇ ਲੋਕ ਕਹਿਣਗੇ ਵੀ ਗੁਰੂ ਹਰਕ੍ਰਿਸ਼ਨ 'ਚ ਕੋਈ ਤਾਕਤ ਕੋਈ ਨਹੀਂ ਸੀ, ਤੇ ਸ਼ਰਧਾ ਟੁੱਟੇਗੀ ਸੰਗਤ ਦੀ। ਮਹਾਰਾਜ ਕਹਿੰਦੇ ਫਿਰ ਸੁਣ ਲਓ, ਜਿਉਂਦਾ ਸੜੇਗਾ ਬੇਔਲਾਦਾ ਜਾਏਗਾ। ਬਾਬਾ ਰਾਮ ਰਾਏ ਜੀ ਜਿਉਂਦੇ ਸੜੇ ਨੇ ਤੇ ਔਲਾਦ ਕੋਈ ਨਹੀਂ ਹੋਈ, ਬੱਚਾ 4ਾਂ 'ਚੋਂ ਨਹੀਂ ਹੋਇਆ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ 8ਵੇਂ ਪਾਤਸ਼ਾਹ ਦਾ ਬਚਨ ਸੀ। ਤੇ ਬੱਚਿਆਂ ਤੋਂ ਬਿਨਾਂ ਮਾਵਾਂ ਵਿਚਾਰੀਆਂ ਬੇਵੱਸ ਹੁੰਦੀਆਂ। ਮਾਈ ਪੰਜਾਬੋ ਬੇਵੱਸ ਸੀਗੀ, ਤੇ ਗੁਰਬਖਸ਼ ਜਿਹੜਾ ਸੀ ਉਹ ਮਾਈ ਪੰਜਾਬੋ ਦੀ ਪੇਸ਼ ਨਹੀਂ ਸੀ ਜਾਣ ਦਿੰਦਾ। ਹਾਂਜੀ, ਸੰਗ ਨਿਰਪਤ ਕੇ ਇਸ ਕੀ ਘਣੀ, ਤੇ ਉੱਥੋਂ ਦੇ ਰਾਜੇ ਫਤਿਹ ਸ਼ਾਹ ਗੜਵਾਲੀਏ ਨਾਲ ਦੋਸਤੀ ਰੱਖਦਾ ਸੀ। ਉੱਥੋਂ ਦੇ ਪਹਾੜੀ ਰਾਜਿਆਂ ਨਾਲ ਉਹਦੀ ਗੁਰਬਖਸ਼ ਦੀ ਬਣਦੀ ਸੀ। ਸਰਕਾਰੇ ਦਰਬਾਰੇ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ, ਨਿਤਨੇਮ ਨਹੀਂ ਕਰਦੇ, ਸਵੇਰੇ ਉੱਠ ਕੇ ਅਖਬਾਰ ਹੀ ਪੜ੍ਹਦੇ ਹੁੰਦੇ ਆ ਵੀ ਵੱਡੇ ਲੋਕਾਂ ਨਾਲ ਕਿਵੇਂ ਬਣਾ ਕੇ ਰੱਖਣੀ ਹੈ, ਕਿਵੇਂ ਵੱਡਿਆਂ ਨੂੰ ਕਾਬੂ ਕਰਨਾ, ਕਿਵੇਂ ਕੰਮ ਕਰਾਉਣਾ ਰਾਜਿਆਂ ਮਹਾਰਾਜਿਆਂ ਕੋਲੋਂ। ਉੱਧਰ ਹੀ ਟੈਲੀਫੋਨ ਖੜਕਾਉਂਦੇ ਆ ਸਵੇਰੇ ਉੱਠ ਕੇ, ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਰੱਬ ਨਾਲ ਟੈਲੀਫੋਨ ਲਾਉਂਦੇ। ਇਹ ਰਾਜਿਆਂ ਨੂੰ ਲਾਉਣ ਵਾਲਾ ਸੀਗਾ, ਰਾਜਿਆਂ ਨਾਲ ਇਹਦੀ ਬਹਿਣ ਉੱਠਣ ਸੀ, ਭਗਤੀ ਸਿਮਰਨ ਵਾਲੇ ਪਾਸਿਓਂ ਖਾਲੀ ਸੀ। ਹਾਂਜੀ, ਬੋਲ ਤੋਲ ਇਸ ਆਹੇ ਨਿਆਰਾ, ਇਹਦਾ ਬੋਲ ਤੋਲ ਵੀ ਵੱਖਰਾ ਸੀ, ਹੰਕਾਰ 'ਚ ਹੀ ਬੋਲਦਾ ਸੀ, ਰੱਬ ਦੀ ਗੱਲ ਨਹੀਂ ਸੀ ਕਰਦਾ, ਮਾਇਆ ਦੀਆਂ ਗੱਲਾਂ ਕਰਦਾ ਸੀ। ਹਾਂਜੀ, ਮਾਤ ਪੰਜਾਬੋ ਇਸੇ ਤਿਕਾਰਾ, ਮਾਤਾ ਪੰਜਾਬੋ ਨੇ ਇਹਨੂੰ ਕਈ ਵਾਰੀ ਧਿਕਾਰਾਂ ਵੀ ਪਾਈਆਂ ਸੀ ਵੀ ਤੂੰ ਬੰਦਾ ਬਣ ਜਾ, ਪਰ ਇਹ ਬੰਦਾ ਬਣਦਾ ਨਹੀਂ ਸੀ। ਮਾਤਾ ਤੋਂ ਡਰਦਾ ਨਹੀਂ ਸੀ। ਹਾਂਜੀ, ਸੇਵਾ ਹਰੀ ਮਤ ਮਦ ਮਸੰਦ, ਬੜਾ ਹੰਕਾਰੀ ਮਾੜੀ ਮੱਤ ਵਾਲਾ ਮਸੰਦ ਸੀ ਗੁਰਬਖਸ਼। ਦੇਹਰਾਦੂਨ ਵਿੱਚ ਉਹਦੀ ਚੱਲਦੀ ਸੀ। ਬਾਬੇ ਰਾਮ ਰਾਏ ਤੋਂ ਬਾਅਦ ਤੇ ਬਹੁਤ ਹੀ ਆਕੜ ਗਿਆ ਸੀ। ਹਾਂਜੀ, ਕੁਪਿਓ ਗੈਲ ਦੁਸ਼ਟ ਨੰਦ ਚੰਦ, ਉੱਥੇ ਦੀਵਾਨ ਸਜਿਆ, ਇੱਦਾਂ ਸੰਗਤਾਂ ਬੈਠੀਆਂ, ਕੀਰਤਨ ਹੋਇਆ। ਬਾਬਾ ਜੀ ਦੀ ਬਰਸੀ ਜੋ ਮਨਾਉਣੀ ਸੀ, ਤੇ ਬਾਬਾ ਨੰਦ ਚੰਦ ਮਹਾਰਾਜ ਦਾ ਦੀਵਾਨ 10ਵੇਂ ਪਾਤਸ਼ਾਹ ਦਾ, ਉਹ ਵੀ ਉੱਥੇ ਪਹੁੰਚਿਆ। ਭਾਈ ਮਨੀ ਸਿੰਘ ਉੱਥੇ ਪਹੁੰਚੇ, 50-60 ਸਿੰਘ ਵੀ ਚੰਗੇ ਚੰਗੇ ਚੋਣਵੇਂ ਗਏ। ਉਹ ਗੁਰਬਖਸ਼ ਭਾਈ ਨੰਦ ਚੰਦ ਨਾਲ ਖੈਬੜ ਪਿਆ, ਲੜ ਪਿਆ ਜਾਣ ਕੇ ਵੀ ਇਹ ਤੁਸੀਂ ਕਿਉਂ ਆ ਗਏ ਹੋ। ਉਹਨੂੰ ਸੀ ਵੀ ਇੱਥੇ ਇਹਨਾਂ ਦਾ ਕੀ ਕੰਮ ਹੈ ਪੌਂਟੇ ਵਾਲਿਆਂ ਦਾ, ਅਸੀਂ ਇੱਥੇ ਇਸ ਗੱਦੀ ਦੇ ਅਸੀਂ ਮਾਲਕ ਹਾਂ, ਇਹ ਕਿਉਂ ਆਉਂਦੇ ਨੇ। ਉਹ ਬਾਬਾ ਨੰਦ ਚੰਦ ਭਾਈ ਨੰਦ ਚੰਦ ਨਾਲ ਖੈਬੜ ਪਿਆ, ਲੜ ਪਿਆ। ਹਾਂਜੀ, ਦੋਹਰਾ ਹੋਣੀ ਟਲੀ ਨਹਿ ਕਿਸੇ ਤੇ, ਸੇਵਾ ਸਿੰਘ ਕਹਿੰਦੇ ਵੀ ਹੋਣੀ ਕਿਸੇ ਤੋਂ ਟਲਦੀ ਨਹੀਂ, ਜਿਹੜੀ ਹੋਣੀ ਹੁੰਦੀ ਹੋ ਕੇ ਰਹਿੰਦੀ ਹੈ। ਹਾਂਜੀ, ਪੀਰ ਪੈਗੰਬਰ ਜੋਏ, ਪੀਰ ਪੈਗੰਬਰ ਬੜੇ ਬੜੇ ਵੱਡੇ ਹੋਏ ਨੇ, ਇਹ ਹੋਣੀ ਹੋ ਜਾਂਦੀ ਜਦੋਂ ਮੱਤ ਮਾਰੀ ਜੇ ਨਾ ਬੰਦੇ ਦੀ, ਉਹ ਫਿਰ ਕੋਈ ਨਾ ਕੋਈ ਭਾਣਾ ਵਰਤਾ ਕੇ ਹਟਦੀ ਹੈ। ਹਾਂਜੀ, ਵਰਤੀ ਸਭ ਕੀ ਸ੍ਰੀ ਪੈ, ਇਹਦੇ ਵੱਡੇ ਵੱਡੇ ਅਵਤਾਰਾਂ ਗੁਰੂਆਂ ਪੀਰਾਂ ਤੇ ਵਰਤੀ ਹੈ, ਕਿਸੇ ਨੂੰ ਨਹੀਂ ਛੱਡਦੀ। ਹਾਂਜੀ, ਇਸ ਤੇ ਬਚਿਓ ਨਹਿ ਕੋਏ, ਇਸ ਹੋਣੀ ਤੋਂ ਨਹੀਂ ਕੋਈ ਬਚਿਆ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਹਾਂਜੀ, ਨਿੰਦਾ ਗੁਰ ਦਸਮੇਸ਼ ਕੀ, ਹੰਕਾਰ ਵਿੱਚ ਆਏ ਹੋਏ ਉਸ ਗੁਰਬਖਸ਼ ਨੇ ਭਾਈ ਨੰਦ ਚੰਦ ਨੂੰ ਤਾਂ ਮਾੜਾ ਚੰਗਾ ਕਿਹਾ ਹੀ, ਉਹ 10ਵੇਂ ਪਾਤਸ਼ਾਹ ਦੀ ਵੀ ਨਿੰਦਾ ਕਰਨ ਲੱਗ ਪਿਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲੈ ਕੇ ਗਾਲਾਂ ਕੱਢਣ ਲੱਗ ਪਿਆ। ਹਾਂਜੀ, ਕਰੀ ਮੁਗਧ ਥੀ ਆਏ, ਉਥੇ ਭਰੇ ਦੀਵਾਨ ਚ ਉਹਨੇ ਕਹਿਤਾ। ਉਹ ਕੀ ਨੇ ਕਹਿੰਦਾ
ਉਹਨਾਂ ਕੋਲ ਕੀ ਹੈ? ਗੱਦੀ ਸਾਡੇ ਕੋਲ ਆ, ਅਸੀਂ ਗੁਰੂ ਨਾਨਕ ਦੀ ਥਾਂ ਤੇ ਬੈਠੇ। ਕਹਿੰਦੇ ਉਹ ਕੀ ਲੱਗਦੇ ਨੇ? ਇਦਾਂ ਉਹਨੇ ਬੜੇ ਮਾੜੇ ਚੰਗੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਕਹਿ ਦਿੱਤੇ। ਹਾਂਜੀ, ਤਖਤ ਪੋਸ ਥੀ ਮਨੀ ਸਿੰਘ। ਇਦਾਂ ਤਖਤ ਪੋਸ਼ ਤੇ ਬੈਠਾ ਸੀ, ਬੜਾ ਮੋਟਾ ਸੀ, ਗਲ 'ਚ ਮਾਲਾ ਮੂਲਾ ਪਾਈ ਸੀ, ਤੇ ਟੌਰ ਸ਼ੌਰ ਕੱਢੀ ਤੇ ਬੋਲੀ ਜਾਵੇ ਵੀ ਮੈਨੂੰ ਇਹਨਾਂ ਨੇ ਕੀ ਕਰ ਲੈਣਾ। 10ਵੇਂ ਪਾਤਸ਼ਾਹ ਦੀ ਨਿੰਦਾ ਕਰੀ ਜਾਣਾ। ਭਾਈ ਮਨੀ ਸਿੰਘ ਸਾਹਿਬ ਉੱਠੇ। ਭਾਈ ਮਨੀ ਸਿੰਘ ਨੇ ਇੱਥੋਂ ਗੁਲਾਮਿਓਂ ਫੜ ਲਿਆ ਤੇ ਫੜ ਕੇ ਨਾ ਮਾਰਿਆ ਝਟਕਾ ਉੱਪਰ ਕਰਕੇ ਤੇ ਇਦਾਂ ਮੂਧਾ ਕਰਕੇ ਸੁੱਟਿਆ ਉਤੋਂ। ਹਾਂਜੀ, ਮਾਰਿਓ ਭੂਏ ਉਲਟਾਏ। ਕਹਿੰਦੇ ਉੱਤੇ ਲੱਤਾਂ ਕਰਤੀਆਂ ਤੇ ਥੱਲੇ ਸਿਰ ਕਰਤਾ, ਧੌਣ ਤੇ ਗੋਡਾ ਰੱਖ ਲਿਆ। ਹੁਣ ਦੱਸ, ਮਨੀ ਸਿੰਘ ਨੇ ਢਾਹ ਲਿਆ ਭਰੇ ਦੀਵਾਨ ਦੇ ਵਿੱਚ। ਇਦਾਂ ਹੀ ਦੀਵਾਨ ਸਜਿਆ ਸੀਗਾ। ਜਦੋਂ ਨਾਨਾ ਸਿੱਧਾ ਹੋਇਆ ਤੇ ਫਿਰ ਚੱਕ ਕੇ ਮਾਰਿਆ ਥੱਲੇ। ਹਾਂਜੀ, ਸਿਰ ਖੰਡੀ ਛੰਦ ਸਿੰਘ ਮਨੀ ਥੀ ਵੀਰ। ਮਨੀ ਸਿੰਘ ਯੋਧਾ ਸੀ, ਕਿਹਰ ਦਸਮੇਸ਼ ਕਾ 10ਵੇਂ ਪਾਤਸ਼ਾਹ ਦਾ ਸ਼ੇਰ ਸੀ। ਨੰਦ ਚੰਦ ਸੀ ਗੈਲ। ਨਾਲ ਦੀਵਾਨ ਆਨੰਦ ਚੰਦ ਵੀ ਸੀ ਜੋਧਾ ਏਸ ਤੇ ਕੀ। ਬੜੇ ਯੋਧੇ ਸੀ ਦੋਵੇਂ ਹੀ। ਦਇਆ ਰਾਮ ਥੀ ਆਦ। ਤੇ ਪੰਡਿਤ ਦਇਆ ਰਾਮ ਜੀ ਬੜੇ ਯੋਧੇ ਮਹਾਰਾਜ ਦੇ ਪੁਰੋਹਤ ਸਨ। ਸਿੱਖ 50 ਸਭ। 50 ਦੇ 50 ਸਿੱਖ ਯੋਧੇ ਸਨ। ਇੱਕ ਥੀ ਇੱਕ ਸਵਾਇਆ। ਇੱਕ ਤੋਂ ਇੱਕ ਸਵਾਏ ਸੀ। ਤੀਰਗ ਸੂਰਮੇ। ਬੜੇ ਵੱਡੇ ਸੂਰਮੇ ਸੀ। ਫੜੋ ਮਾਰ ਲੋ ਹੋ। ਫੜ ਲਓ ਮਾਰ ਲਓ। ਕਹਿੰਦੇ ਏਦਾਂ ਹੋ ਗਈ। ਫਿਰ ਤੇਗਾ ਖੜਕੀਆਂ। ਤੇ ਅੱਗਾ ਖੜਕ ਪਈਆਂ ਦੀਵਾਨ ਦੇ ਵਿੱਚ। ਦੇਹਰਾਦੂਨ ਗੁਰਬਖਸ਼ ਗਿਆ ਥੀ ਭਾਗ। ਤੇ ਗੁਰਬਖਸ਼ ਨੂੰ ਪੈ ਗਈ ਭਾਜੜ। ਉਹ ਤੇ ਕੁੱਟ ਖਾ ਕੇ ਤੇ ਦੌੜ ਗਿਆ। ਮੇਲੇ ਬੀਚ ਤੇ। ਕਹਿੰਦੇ ਮੇਲੇ ਚੋਂ ਭੱਜ ਗਿਆ ਗੁਰਬਖਸ਼। ਮਾਤ ਪੰਜਾਬੋ ਮੱਧ ਖਲੋਈ ਆਣ ਕੇ। ਮਾਤਾ ਪੰਜਾਬੋ ਵਿੱਚ ਆ ਗਈ, ਸੰਗਤ ਦੇ ਵਿੱਚ ਖਲੋ ਗਈ। ਉਹਨੇ ਰੌਲਾ ਪਾਇਆ, ਖੰਡੋ ਘੜੋ ਮਿਆਨੀ। ਖੰਡੇ ਘੱਤੋ ਮਿਆਨੀ। ਉਹਨੇ ਪੱਲੂ ਫੇਰਿਆ। ਉਹਨੇ ਆਖਿਆ ਵੀ ਤਲਵਾਰਾਂ ਮਿਆਨ 'ਚ ਪਾ ਲਓ ਵੀ ਮੈਂ ਲੜਾਓ ਨਾ। ਹਾਂਜੀ, ਪੱਲੂ ਫੇਰਿਆ। ਪੱਲੂ ਫੇਰ ਦਿੱਤਾ ਮਾਤਾ ਨੇ ਵੀ ਲੜਾਈ ਨਾ ਕਰੋ। ਮਨ ਬਚਨ ਸ੍ਰੀ ਮਾਤ। ਕਹਿੰਦੇ ਮਾਤਾ ਦਾ ਬਚਨ ਮੰਨ ਕੇ ਵਾਗਾ ਮੋੜੀਆਂ। ਸਿੰਘਾਂ ਨੇ ਤਲਵਾਰਾਂ ਮਿਆਨ 'ਚ ਪਾ ਲਈਆਂ ਤੇ ਵਾਗਾ ਮੋੜ ਲੀਆਂ ਪੌਂਟੇ ਨੂੰ। ਵਿਛੜ ਗਿਆ ਸੀ ਮੇਲਾ। ਉਹ ਮੇਲਾ ਬਰਸੀ ਦਾ ਜਿਹੜਾ ਪਹਿਲੀ ਬਰਸੀ ਸੀ ਬਾਬੇ ਰਾਮ ਰਾਏ ਦੀ, ਲੜਾਈ ਹੋ ਕੇ ਵਿਛੜ ਗਿਆ। ਪਹੁੰਚੇ ਪਾਵਟੇ। ਭਾਈ ਮਨੀ ਸਿੰਘ ਦੀਵਾਨ ਆਨੰਦ ਚੰਦ 50 ਸਿੱਖਾਂ ਸਮੇਤ ਪੌਂਟੇ ਸਾਹਿਬ ਆ ਗਏ। ਸੇਵਾ ਹਰੀ ਸੀ ਨਾਨ। ਮਹਾਰਾਜ ਕਹਿੰਦੇ ਸੇਵਾ ਸਿੰਘ ਜੀ ਲਿਖਦੇ ਆ ਵੀ 10ਵੇਂ ਪਾਤਸ਼ਾਹ ਨੂੰ ਆ ਕੇ ਦੱਸੀ ਸਾਰੀ ਗੱਲ। ਬੰਧਨ ਗੁਰਾਂ ਕੂ। ਗੁਰਾਂ ਨੂੰ ਮੱਥਾ ਟੇਕਿਆ। ਬਿਰਥਾ ਸਕਲ ਸੁਨਾਈ। ਮਹਾਰਾਜ ਸਾਹਿਬ ਨੂੰ ਸਾਰਾ ਹਾਲ ਸੁਣਾਇਆ। ਦੇਹਰਾਦੂਨ ਕੀ। ਦੇਹਰਾਦੂਨ ਦੀ ਸਾਰੀ ਗੱਲ ਸੁਣਾਈ। ਇਸ ਤਰ੍ਹਾਂ ਸਾਧ ਸੰਗਤ ਜੀ ਦੇਹਰਾਦੂਨ ਭਾਈ ਮਨੀ ਸਿੰਘ ਜੀ ਗੁਰਬਖਸ਼ ਨੂੰ ਚੰਗਾ ਮਾਂਜਾ ਫੇਰ ਕੇ ਸੋਧਾ ਲਾ ਕੇ ਅਕਲ ਸਿਖਾਤੀ ਵੀ ਗੁਰੂ 10ਵੇਂ ਪਾਤਸ਼ਾਹ ਦੀ ਨਿੰਦਾ ਕਰਨ ਵਾਲੇ ਦਾ ਇਹੀ ਹਾਲ ਕਰਾਂਗੇ। ਤੇ ਉੱਥੋਂ ਵਾਪਸ ਪੌਂਟੇ ਸਾਹਿਬ ਆਏ ਤੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਸਾਰੀ ਗੱਲ ਦੱਸੀ। ਦੋਹਰਾ ਸੁਣੀ ਵਾਰਤਾ ਸਤਿਗੁਰੂ। 10ਵੇਂ ਪਾਤਸ਼ਾਹ ਇਹ ਗੱਲ ਸਾਰੀ ਸੁਣ ਕੇ ਸਿੱਖਨ ਤੇ ਸੀ ਆਹੇ। ਸਿੱਖਾਂ ਤੋਂ ਸਾਰੇ ਬਚਨ ਸੁਣ ਕੇ ਰਾਮ ਰਾਈਆ ਕਾ ਕਵੀ ਭੀ। ਹਾਂ, ਮਹਾਰਾਜ ਕਹਿੰਦੇ ਰਾਮ ਰਾਈਆਂ ਦਾ ਕਦੀ ਵੀ ਕਰਿਓ ਨਾ ਮੂਲ ਵਿਸਾਹੇ। ਕਦੀ ਵੀ ਮੋੜ ਭੁੱਲ ਕੇ ਵੀ ਵਿਸਾਹ ਨਹੀਂ ਕਰਨਾ। ਕਹਿੰਦੇ ਰਾਮ ਰਾਈਏ ਕਦੀ ਨਹੀਂ ਗੁਰੂ ਘਰ ਨਾਲ ਜੋੜਨੇ। ਅੱਜ ਵੀ ਉਹੀ ਹਾਲ ਹੈ। ਰਾਮ ਰਾਏ ਬਖਸ਼ਿਆ ਗਿਆ ਪਰ ਰਾਮ ਰਾਈਏ ਨਹੀਂ ਬਖਸ਼ੇ ਗਏ। ਉਹ ਗੁਰੂ ਮਹਾਰਾਜ ਦੀ ਨਿੰਦਾ ਉਸੇ ਤਰ੍ਹਾਂ ਹੀ ਕਰਦੇ ਆ। ਹਾਂਜੀ, ਅੰਤਰਯਾਮੀ ਸਤਿਗੁਰੂ। ਅੰਤਰਜਾਮੀ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਸਭ ਵਿਦ ਜਾਣਨ ਹਾਰ। ਸਭ ਕੁਝ ਜਾਣੀ ਜਾਣ ਹਨ। ਪੰਥ ਉਪਾਵਨ ਕਾਰਨੇ। ਉਹ ਖਾਲਸਾ ਪੰਥ ਪੈਦਾ ਕਰਨਗੇ। ਕਲਮੇ ਲਿਓ ਉਹਨਾਂ ਅਵਤਾਰ। ਨੇ ਅਵਤਾਰ ਧਾਰਿਆ, ਪੰਥ ਚਲਾਉਣ ਵਾਸਤੇ ਆਏ ਨੇ। ਜਦੋਂ ਪੰਥ ਖਾਲਸਾ ਸਾਜਿਆ ਉਦੋਂ ਵੀ ਭਾਈ ਮਨੀ ਸਿੰਘ ਸਾਹਿਬ ਜੀ ਦਾ ਪਰਿਵਾਰ ਅੰਮ੍ਰਿਤ ਛਕਣ ਲਈ ਸਾਹਮਣੇ ਨਿਤਰਿਆ। ਉਹ ਵੀ ਕਥਾ ਹੁਣ ਉਹਨਾਂ ਦੇ ਅੱਗੇ ਅਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦੀ। ਸੋ ਕੋਸ਼ਿਸ਼ ਤਾਂ ਇਹ ਸੀ ਵੀ ਆਪਾਂ ਛੇਤੀ ਭੋਗ ਪਾ ਦਿਆਂਗੇ, ਪਰ ਇਹ ਲੱਗਦਾ ਪ੍ਰਸੰਗ ਅੱਧ ਵਿੱਚ ਹੀ ਸਾਡੇ ਕੋਲੋਂ ਹੋਣਾ। ਪਰਸੋਂ ਤੱਕ ਅਜੇ ਕਥਾ 8 ਦਿਨ 'ਚ ਪੂਰੀ ਹੋਣ ਵਾਲੀ ਹੈ। ਛੇੜ ਤਾਂ ਲਈ ਹੈ ਪਰ ਗੁਰੂ ਨੇ ਜਿਵੇਂ ਪੂਰੀ ਕਰਾਣੀ ਹੈ ਸੋ ਉਨੀ ਕੁ ਹੋਵੇਗੀ। ਆਪ ਜੀ ਹਾਜ਼ਰੀਆਂ ਭਰੋ ਤੇ ਸਰਵਣ ਕਰੋ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ। ਅੰਧਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ।
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵ